हाँ जी। बाणी श्री गुरु ग्रंथ साहिब जी महाराज, राग सोठ महला 9। ये जग मीत ना देखियो कोई, ये जग मीत ना देखियो कोई, सगल जगत अपने सुख लाग्यो, दुख में संग ना होई। ਇਹ ਬਾਣੀ ਜੋ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਹੈ। ਕਈ ਵਾਰੀ ਦੱਸਿਆ ਹੈ ਕਿ ਸੰਤ ਮਹਾਤਮਾ ਸਾਰੇ ਹੀ ਉਸ ਘਰ ਦੇ ਵਾਸੀ ਹੁੰਦੇ ਨੇ, ਉਸੇ ਘਰ 'ਚੋਂ ਹੀ ਸਾਰੇ ਆਉਂਦੇ ਨੇ ਆਪਣੇ ਆਪਣੇ ਟਾਈਮ ਦੇ ਉੱਤੇ ਸਾਨੂੰ ਸਮਝਾਉਣ ਵਾਸਤੇ, ਸਾਨੂੰ ਯਾਦ ਕਰਾਉਣ ਵਾਸਤੇ ਉਹ ਇੱਥੇ ਅਵਤਾਰ ਧਾਰਦੇ ਨੇ। ਉਹਨਾਂ ਦਾ ਆਉਣ ਦਾ ਹੋਰ ਕੋਈ ਇੱਥੇ ਪ੍ਰਯੋਜਨ ਨਹੀਂ ਹੁੰਦਾ, ਸਿਰਫ ਤੇ ਸਿਰਫ ਸਾਨੂੰ ਯਾਦ ਕਰਾਉਣ ਵਾਸਤੇ, ਭੁੱਲਿਆਂ ਨੂੰ ਇਸ ਦੇਸ਼ ਦੇ ਵਿੱਚੋਂ ਕੱਢਣ ਵਾਸਤੇ ਉਹ ਬਾਣੀ ਰਚਦੇ ਨੇ। ਲੇਕਿਨ ਜੋ ਸੰਦੇਸ਼ ਦਿੰਦੇ ਨੇ, ਜੇ ਅਸੀਂ ਮੰਨੀਏ ਉਹਨੂੰ, ਸਾਡੀ ਸਮਝ ਦੇ ਵਿੱਚ ਆ ਜਾਵੇ, ਤੇ ਫਿਰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਭਟਕਣਾ ਨਹੀਂ, ਕੋਈ ਇੱਥੇ ਫਸਿਆ ਨਹੀਂ ਰਹਿ ਸਕਦਾ। ਲੇਕਿਨ ਮਜਬੂਰੀ ਇਹੋ ਹੀ ਹੈ ਕਿ ਕਾਲ ਨੇ ਐਸੀ ਮਾਇਆ ਜਾਲ ਜਿਹੜਾ ਰਚਿਆ ਹੈ ਕਿ ਸਭ ਕੁਛ ਜਾਣਦੇ ਹੋਏ, ਪਛਾਣਦੇ ਹੋਏ, ਸਭ ਕੁਛ ਪਤਾ ਹੁੰਦਿਆਂ ਹੋਇਆਂ ਵੀ ਆਪਾਂ ਇੱਥੋਂ ਨਿਕਲ ਨਹੀਂ ਪਾਉਂਦੇ, ਔਰ ਸਤਿਗੁਰਾਂ ਦੇ ਬਚਨ ਸੁਣ ਕੇ ਵੀ ਜ਼ਿਆਦਾ ਦੇਰ ਉਹਦੇ ਉੱਤੇ ਅਸੀਂ ਟਿਕ ਨਹੀਂ ਪਾਉਂਦੇ। ਇਹ ਥੋੜ੍ਹੀ ਦੇਰ ਲਈ ਮਨ ਜਾਗਦਾ ਵੀ ਹੈ, ਚੇਤਾ ਆਉਂਦਾ ਹੈ, ਬੜੀ ਕੋਸ਼ਿਸ਼ ਕਰਦੇ ਹਾਂ, ਲੇਕਿਨ ਫਿਰ ਉਹਨੂੰ ਭੁੱਲ ਜਾਂਦੇ ਹਾਂ। ਲੇਕਿਨ ਚਾਹੀਦਾ ਕੀ ਹੈ ਕਿ ਹਮੇਸ਼ਾ ਜਿਸ ਤਰ੍ਹਾਂ ਅਸੀਂ ਸੰਸਾਰ 'ਚ ਰਹਿੰਦੇ ਹਾਂ, ਬਾਕੀ ਚੀਜ਼ਾਂ ਨੂੰ ਯਾਦ ਰੱਖਦੇ ਹਾਂ, ਇਸੇ ਤਰ੍ਹਾਂ ਸਭ ਤੋਂ ਪਹਿਲਾਂ ਇੱਕ ਇਹੋ ਹੀ ਮਨ ਦੇ ਵਿੱਚ ਹੋਵੇ ਕਿ ਸਤਿਗੁਰਾਂ ਦੇ ਵਚਨ ਸਾਨੂੰ ਕੀ ਹੈ। ਕਿਉਂਕਿ ਆਪਣਾ ਪਿਛਲੇ ਜਨਮਾਂ ਦਾ ਲੇਖਾ ਜੋਖਾ ਅਸੀਂ ਨਹੀਂ ਜਾਣਦੇ। ਹੁਣ ਵੀ ਜੋ ਸਾਡੇ ਨਾਲ ਕੋਈ ਦੁੱਖ ਸੁੱਖ, ਜੋ ਵੀ ਚੀਜ਼ਾਂ ਵਾਪਰਦੀਆਂ ਨੇ, ਉਹਦੇ ਬਾਰੇ ਮਨ 'ਚ ਕਈ ਵਾਰੀ ਸੋਚਦੇ ਜ਼ਰੂਰ ਹੈ, ਸ਼ੰਸ਼ਾ ਜ਼ਰੂਰ ਆਉਂਦਾ ਹੈ ਕਿ ਇਹ ਕਿਸ ਤਰ੍ਹਾਂ ਹੋ ਰਿਹਾ ਹੈ, ਆਹ ਸਾਡੇ ਨਾਲ ਕਿਉਂ ਇਸ ਤਰ੍ਹਾਂ ਚੀਜ਼ ਬਣੀ, ਲੇਕਿਨ ਸਮਝ ਕੁਛ ਨਹੀਂ ਆਉਂਦੀ। ਹਾਂ, ਜੇ ਸਤਿਗੁਰਾਂ ਦੇ ਦੱਸੇ ਰਸਤੇ 'ਤੇ ਚੱਲੀਏ ਅਸੀਂ, ਉਹ ਉਹਨਾਂ ਦੇ ਚਰਨਾਂ ਦੇ ਵਿੱਚ ਵਿਸ਼ਵਾਸ ਭਰੋਸਾ ਰੱਖ ਕੇ ਅਤੇ ਉਹਨਾਂ ਦੀ ਭਗਤੀ ਕਰੀਏ, ਅਤੇ ਸਤਿਗੁਰਾਂ ਦੀ ਦਇਆ ਕਿਰਪਾ ਦੇ ਨਾਲ ਸਮਝ ਆ ਜਾਂਦੀ ਹੈ, ਪਤਾ ਲੱਗ ਜਾਂਦਾ ਹੈ ਜੋ ਫਰਮਾਉਂਦੇ ਨੇ। ਫਿਰ ਮਨ ਕੋਈ ਸ਼ੰਕਾ ਨਹੀਂ ਕਰਦਾ, ਸੋਚਦਾ ਨਹੀਂ ਹੈ ਕਿ ਇਹ ਹੋ ਸਕਦਾ ਹੈ ਜਾਂ ਇਹ ਕਿੱਦਾਂ ਮਤਲਬ ਹੋ ਗਿਆ। ਫਿਰ ਇੱਕੋ ਹੀ ਚੀਜ਼ ਹੁੰਦੀ ਹੈ ਕਿ ਬਈ ਜੋ ਸਤਿਗੁਰੂ ਫਰਮਾਉਂਦੇ ਨੇ ਉਹ ਸਾਡੀ ਸਮਝ 'ਚ ਆਵੇ ਭਾਵੇਂ ਨਾ ਆਵੇ, ਉਹ ਹੈ ਸੱਚ ਹੈ। ਉਹ ਕਦੀ ਨਾ ਕਦੀ ਜ਼ਿੰਦਗੀ ਦੇ ਵਿੱਚ ਐਸਾ ਕੋਈ ਮੋੜ ਆਉਂਦਾ ਹੈ ਜਦੋਂ ਉਹ ਵਚਨ ਯਾਦ ਆਉਂਦੇ ਨੇ, ਸਮਝ ਲੱਗਦੀ ਹਾਂ ਠੀਕ ਹੈ ਵੀ, ਠੀਕ ਫਰਮਾਇਆ ਸੀ ਸਤਿਗੁਰਾਂ ਨੇ, ਉਹ ਚੀਜ਼ ਪਤਾ ਲੱਗ ਜਾਂਦੀ ਹੈ। ਲੇਕਿਨ ਫਿਰ ਜਿਸ ਤਰ੍ਹਾਂ ਦੱਸਿਆ ਕਿ ਮਾਇਆ ਦਾ ਇੰਨਾ ਪ੍ਰਭਾਵ ਕਿ ਜਦੋਂ ਟਾਈਮ ਬਦਲਦਾ ਹੈ ਫਿਰ ਉਸ ਚੀਜ਼ ਨੂੰ ਭੁੱਲ ਜਾਂਦਾ ਹੈ। ਇਸ ਕਰਕੇ ਬੜੇ ਸੁਚੇਤ ਹੋ ਕੇ ਇਹ ਜੀਵਨ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਹੈ ਕਿ ਇਸ ਰਸਤੇ ਦੇ ਉੱਤੇ ਚੱਲਣਾ ਹੈ ਤੇ ਬੜਾ ਸੋਚ ਸਮਝ ਕੇ ਚੱਲਣਾ ਹੈ। यहाँ तुम समझ सोच कर चलना, ये तो राह बड़ी अत टेढ़ी, मन के साथ ना पड़ना। ਮਨ ਜਿਹੜਾ ਆ ਵਧੋ ਵਧੀ ਜਿਹੜਾ ਘੁਮਾ ਫਿਰਾ ਕੇ ਐਸੇ ਰਸਤੇ 'ਤੇ ਲੈ ਜਾਂਦਾ ਹੈ ਕਿ ਜਿੱਥੇ ਫਿਰ ਭਟਕਣਾ ਹੀ ਭਟਕਣਾ, ਪਤਾ ਹੀ ਨਹੀਂ, ਯਾਦ ਹੀ ਨਹੀਂ ਆਉਂਦੀ ਉਸ ਚੀਜ਼ 'ਤੇ ਜਾ ਕੇ। ਇਸ ਲਈ ਜੋ ਸਤਿਗੁਰਾਂ ਦੇ ਬਚਨ ਨੇ ਬਹੁਤ ਹੀ ਪਿਆਰੇ ਨੇ, ਸਾਨੂੰ ਯਾਦ ਕਰਵਾ ਰਹੇ ਨੇ। ਸਾਰੇ ਹੀ ਸੰਤ ਮਹਾਤਮਾ ਨੇ ਫਰਮਾਇਆ ਹੈ, ਕੋਈ ਨਹੀਂ, ਅਲੱਗ ਅਲੱਗ ਟਾਈਮ ਦੇ ਉੱਤੇ ਸਾਨੂੰ ਯਾਦ ਕਰਾਉਂਦੇ ਨੇ। ਜਿਸ ਤਰ੍ਹਾਂ ਉਹਨਾਂ ਨੇ ਫਰਮਾਇਆ ਕਿ ਇਹ ਜਗ ਮੀਤ ਨਾ ਦੇਖਿਓ ਕੋਈ, ਬਚਨਾਂ ਦਾ ਹੀ ਇੱਧਰ ਉੱਧਰ ਦਾ, ਬਾਕੀ ਮਤਲਬ ਉਹੀ ਹੈ ਸਾਰਾ। स्वामी जी महाराज ने भी फरमाया है कि मित्र तेरा कोई नहीं संगियन में, उन्होंने भी कहा कि तेरा इतने मित्र कोई नहीं है संग।
ਬਾਰ-ਬਾਰ ਉਹ ਸਾਨੂੰ ਉਹ ਯਾਦ ਕਰਾਉਂਦੇ ਨੇ ਆਪਣੇ ਬਾਣੀ ਰਾਹੀਂ। ਹੁਣ ਇਸ ਤਰ੍ਹਾਂ ਸਤਿਗੁਰੂ ਨੇ ਫਰਮਾਇਆ ਕਿ ਇਹ ਜਗ ਮੀਤ ਨਾ ਦੇਖਿਓ ਕੋਈ, ਲੇਕਿਨ ਅਸੀਂ ਜਦੋਂ ਦੇਖਦੇ ਹਾਂ ਤੇ ਸਾਨੂੰ ਬੜਾ ਮਾਣ ਆਉਂਦਾ ਇਸ ਸੰਸਾਰ ਦੇ ਉੱਤੇ। ਬੜਾ ਮਾਣ ਆਉਂਦਾ ਹੈ ਕਿ ਸਾਡੇ ਤੇ ਵੀ ਬੜੇ ਨਾਤੇ ਨੇ, ਸਾਡੇ ਤੇ ਘਰ ਪਰਿਵਾਰ, ਧੀਆਂ ਪੁੱਤਰ, ਮਿੱਤਰ ਬਹੁਤ ਨੇ, ਤੇ ਉਹਨਾਂ ਤੇ ਹੀ ਸਾਰੀ ਉਮਰ ਸਾਡਾ ਮਾਣ ਰਹਿੰਦਾ ਹੈ। ਲੇਕਿਨ ਜਿਹੜਾ ਸਭ ਨੂੰ ਚਲਾ ਰਿਹਾ ਹੈ, ਜਿਹੜਾ ਹਰ ਘਰ ਦੇ ਵਿੱਚ ਬੈਠ ਕੇ ਉਹ ਕਰ ਰਿਹਾ ਹੈ, ਉੱਥੋਂ ਤੱਕ ਸਾਡੀ ਪਹੁੰਚ ਨਹੀਂ ਹੁੰਦੀ ਕਦੀ। ਉਹਨੂੰ ਅਸੀਂ ਦੇਖ ਨਹੀਂ ਪਾਉਂਦੇ ਇਸ ਨਜ਼ਰਾਂ ਦੇ ਨਾਲ, ਔਰ ਅਸਲੀ ਬਾਹਰਲੀ ਜਿਹੜੀ ਮਿੱਟੀ ਦਾ ਇੱਕ ਪੁਤਲਾ ਉਹਦੇ ਉੱਤੇ ਮਾਣ ਕਰੀ ਜਾਂਦੇ ਆ ਕਿ ਉਹ ਫਲਾਣੀ ਚੀਜ਼, ਫਲਾਣਾ ਜਿਹੜਾ ਆ ਉਹ ਬੜਾ ਮੇਰਾ ਮਿੱਤਰ ਹੈ, ਉਹ ਮੇਰਾ ਬੜਾ ਸਕਾ ਸੰਬੰਧੀ ਹੈ, ਉਹ ਤੇ ਮੇਰੇ ਨਾਲ ਖਲੋਂਦਾ ਹੈ। ਪਰ ਸਤਿਗੁਰੂ ਸਾਫ਼ ਹੀ ਫਰਮਾ ਰਹੇ ਨੇ, ਕਹਿੰਦੇ ਕਿ ਇਹ ਜੱਗ ਮੀਤ ਨਾ ਦੇਖਿਓ ਕੋਈ। ਇਸ ਜੱਗ ਦੇ ਵਿੱਚ ਕੋਈ ਵੀ ਮੀਤ ਨਹੀਂ ਮੈਨੂੰ ਦਿਖਾਈ ਦਿੰਦਾ, ਕੋਈ ਵੀ ਮੈਨੂੰ ਆਪਣਾ ਮਿੱਤਰ ਦਿਖਾਈ ਨਹੀਂ ਦਿੰਦਾ। ਜਿਸ ਤਰ੍ਹਾਂ ਸਵਾਮੀ ਜੀ ਨੇ ਫਰਮਾਇਆ ਕਿ ਮਿੱਤਰ ਤੇਰਾ ਕੋਈ ਨਹੀਂ ਸੰਗੀਆਂ में। ਲੇਕਿਨ ਜੇ ਮਨ ਨੂੰ ਇੰਨਾ ਭਰੋਸਾ ਆ ਜਾਵੇ ਤੇ ਸਤਿਗੁਰਾਂ ਦੀ ਗੱਲ ਦੀ ਸਮਝ ਵੀ ਲੱਗ ਜਾਏ, ਤਾਂ ਮਤਲਬ ਇਹ ਨਹੀਂ ਹੈ ਕਿ ਕੋਈ ਮਿੱਤਰ ਨਹੀਂ ਹੈ ਤੇ ਸਾਰੇ ਦੁਸ਼ਮਣ ਹੀ ਹੈ ਸਾਡੇ, ਕਿ ਅਸੀਂ ਉਹਨਾਂ ਨਾਲ ਈਰਖਾਬਾਜ਼ੀ ਸ਼ੁਰੂ ਕਰ ਦਈਏ, ਜਾਂ ਉਹਨਾਂ ਨਾਲ ਲੜਨਾ ਝਗੜਨਾ ਸ਼ੁਰੂ ਕਰ ਦਈਏ, ਜਾਂ ਦੂਰ ਭੱਜਣਾ ਸ਼ੁਰੂ ਕਰ ਦਈਏ। ਸਤਿਗੁਰੂ ਇੱਕ ਜਾਚ ਸਿਖਾਉਂਦੇ ਨੇ ਕਿ ਕਿਸ ਤਰੀਕੇ ਨਾਲ ਰਹਿਣਾ ਹੈ। ਉਹਨਾਂ ਕਹਿੰਦੇ ਜੈਸੇ ਜਲ ਮੇ ਕਮਲ ਨਿਰਾਲਮ ਮੁਰਗਾ ਹੀ ਨਿਸ਼ਾਨੇ। ਕਮਲ ਦਾ ਫੁੱਲ ਰਹਿੰਦਾ ਉਹ ਵਿੱਚ ਹੀ ਆ ਉਹਦੇ, ਪਰ ਵਿੱਚ ਰਹਿੰਦਾ ਹੋਇਆ ਵੀ ਆਪਣੇ ਆਪ ਨੂੰ ਵੱਖਰਾ ਰੱਖਦਾ ਹੈ। ਮਰਗਾਬੀ ਇਹ ਉਹਦਾ ਸਾਰੀ ਜਿਹੜੀ ਖੁਰਾਕ ਹੈ ਉਹਦੀ ਪਾਣੀ ਦੇ ਵਿੱਚ ਹੈ, ਜੋ ਵੀ ਉਹ ਕਰਦੀ, ਪਰ ਜਦੋਂ ਪਾਣੀ ਦੇ ਵਿੱਚ ਰਹਿੰਦੀ ਹੈ ਜਾਂ ਜਾਂਦੀ ਪਾਣੀ ਦੇ ਵਿੱਚ, ਤੇ ਉਹਦੇ ਪਰਾਂ ਨੂੰ ਪਾਣੀ ਜਿਹੜਾ ਗਿੱਲਾ ਨਹੀਂ ਕਰਦਾ। ਜਿਸ ਤਰ੍ਹਾਂ ਸੁੱਕੇ ਪਰਾਂ ਨਾਲ ਪਾਣੀ ਦੇ ਵਿੱਚ ਜਾਂਦੀ ਹੈ ਸ਼ਿਕਾਰ ਜਾਂ ਆਪਣਾ ਖਾਣਾ ਲੈ ਕੇ, ਉਸੇ ਸੁੱਕੇ ਪਰਾਂ ਨਾਲ ਉੱਡ ਜਾਂਦੀ ਹੈ। ਇਸੇ ਤਰ੍ਹਾਂ ਅਸੀਂ ਵੀ ਇੱਥੇ ਜਨਮ ਲਿਆ ਹੈ, ਬੜੇ ਨਾਤੇ ਇੱਥੇ ਆਣ ਕੇ ਬਣਦੇ ਨੇ, ਮਾਤਾ ਪਿਤਾ ਭੈਣ ਭਰਾ ਧੀਆਂ ਪੁੱਤਰ ਜਵਾਈ, ਕਈ ਮਾਮੇ ਭੂਆ ਫੁੱਫੜ, ਕਈ ਨਾਤੇ ਬਣਦੇ ਨੇ। ਪਰ ਇਹ ਸਾਰਿਆਂ ਨੂੰ ਨਿਭਾਉਂਦਿਆਂ ਹੋਇਆਂ, ਸਾਰਿਆਂ ਦੀਆਂ ਡਿਊਟੀਆਂ ਪੂਰੀਆਂ ਕਰਦਿਆਂ ਹੋਇਆਂ ਫਿਰ ਵੀ ਵੱਖਰੇ ਨਿਰਾਲੇ ਰਹਿਣਾ ਹੈ। ਮਨ 'ਚ ਇਹ ਨਹੀਂ ਕਿਤੇ ਇਸ ਚੀਜ਼ ਨੂੰ ਬੰਨ੍ਹ ਲੈਣਾ ਕਿ ਇਹੋ ਹੀ ਮੇਰੇ ਸਕੇ ਨੇ, ਸ਼ਾਇਦ ਇਹੋ ਹੀ ਮੇਰੇ ਨਾਲ ਰਹਿਣੇ ਨੇ, ਇਹਨਾਂ ਦੀ ਹੀ ਮੈਨੂੰ ਲੋੜ ਪੈਣੀ ਹੈ, ਹੋਰ ਕਿਸੇ ਚੀਜ਼ ਦੀ ਨਹੀਂ। ਲੇਕਿਨ ਹੁੰਦਾ ਇਸੇ ਤਰ੍ਹਾਂ ਹੀ ਹੈ। ਇਸ ਕਰਕੇ ਸਤਿਗੁਰੂ ਸਾਨੂੰ ਯਾਦ ਕਰਵਾ ਰਹੇ ਨੇ ਕਿ ਇਸ ਜੱਗ ਦੇ ਵਿੱਚ ਕੋਈ ਵੀ ਮੀਤ ਨਹੀਂ ਹੈ ਸਾਡਾ। ਜਦੋਂ ਆਪਣੇ ਮਨ ਦੇ ਵਿੱਚ ਇਹ ਗੱਲ ਯਾਦ ਰੱਖਾਂਗੇ ਤੇ ਅਸੀਂ ਕਦੀ ਦੁਖੀ ਹੋਵਾਂਗੇ ਹੀ ਨਹੀਂ। ਕਦੀ ਵੀ ਦੁਖੀ ਅਸੀਂ ਹੁੰਦੇ ਕਦੋਂ ਆ? ਜਦੋਂ ਕਿਸੇ ਨੂੰ ਪਹਿਲਾਂ ਆਪਣਾ ਸਮਝਦੇ ਆ। ਬਹੁਤ ਲੜਾਈਆਂ ਹੋ ਰਹੀਆਂ ਨੇ, ਕਈ ਦੇਸ਼ਾਂ ਦੀਆਂ ਲੜਾਈਆਂ ਲੱਗੀਆਂ ਨੇ, ਕਈ ਲੋਕ ਮਰ ਰਹੇ ਨੇ, ਕਈ ਕੁਝ ਹੋ ਰਿਹਾ ਹੈ, ਕਿਸੇ ਦਾ ਸਾਨੂੰ ਦੁੱਖ ਨਹੀਂ ਹੈਗਾ, ਕਿਉਂਕਿ ਅਸੀਂ ਕਹਿੰਦੇ ਆ ਉਹ ਸਾਡਾ ਦੇਸ਼ ਥੋੜ੍ਹਾ, ਉਹ ਤੇ ਫਲਾਣੇ ਦਾ ਦੇਸ਼ ਆ, ਸਾਡਾ ਨਹੀਂ। ਸਾਡੀ ਸਟੇਟ ਨਹੀਂ ਹੈ, ਸਾਡੀ ਸਟੇਟ ਦੇ ਵਿੱਚ ਤੇ ਠੀਕ ਹੈ ਵਾਤਾਵਰਨ, ਫਲਾਣੀ ਸਟੇਟ ਦੇ ਵਿੱਚ ਫਲਾਣੀ ਬਿਮਾਰੀ ਫੈਲੀ ਹੈ, ਸਾਡੇ ਮਹੱਲੇ ਦੇ ਵਿੱਚ ਆਹ ਚੀਜ਼ ਹੋ ਗਈ ਹੈ ਉਸ ਤਰ੍ਹਾਂ, ਪਰ ਸਾਡੇ ਘਰ ਦੇ ਵਿੱਚ ਨਹੀਂ ਹੈਗੀ। ਮਤਲਬ ਕਿ ਹਰ ਕਿਤੇ ਆਪਣਾ ਆਪਣਾ ਉਹ ਜਿਹੜਾ ਜਿੱਥੇ ਉਹ ਬਣਨੀ ਆਸ ਬੱਝੀ ਹੈ। ਜਦੋਂ ਅਸੀਂ ਕਿਸੇ ਨੂੰ ਆਪਣਾ ਜਿਸ ਤਰ੍ਹਾਂ ਕਰ ਲੈਂਦੇ ਹਾਂ, ਬਹੁਤ ਗਹਿਰਾ ਨਾਤਾ ਬਣਾ ਲੈਂਦੇ ਹਾਂ, ਤੇ ਫਿਰ ਦੁੱਖ ਵੀ ਉੱਥੋਂ ਹੀ ਪਹੁੰਚਦਾ ਹੈ। ਬਾਹਰਲਿਆਂ ਨਾਲ ਤਾਂ ਸਾਨੂੰ ਕੋਈ ਦੁੱਖ ਨਹੀਂ ਹੁੰਦਾ। ਹੁਣ ਰਸਤੇ 'ਚ ਬੱਸ 'ਤੇ ਚੜ੍ਹ ਕੇ ਕਿਤੇ ਜਾ ਰਹੇ ਹੋਈਏ, ਸਾਰੀ ਬੱਸ ਐਂ ਫੁੱਲ ਹੋਵੇ, ਅਸੀਂ ਕਿਸੇ ਨੂੰ ਕਹੀਏ ਕਿ ਭਾਈ ਸਾਹਿਬ ਜਾਂ ਭੈਣ ਜੀ ਸਾਨੂੰ ਸੀਟ ਦੇ ਦਿਓ, ਅਸੀਂ ਮੇਰੇ ਕੋਲ ਖਲੋਤਾ ਨਹੀਂ ਜਾ ਰਿਹਾ, ਕੋਈ ਨਾ ਦੇਵੇ ਤਾਂ ਮਨ 'ਚ ਇੰਨਾ ਰੋਸ ਨਹੀਂ ਆਉਂਦਾ। ਪਰ ਜੇ ਆਪਣਾ ਕੋਈ ਬੈਠਾ ਹੋਵੇ, ਕੋਈ ਰਿਸ਼ਤੇਦਾਰ ਬੈਠਾ ਹੋਵੇ, ਕੋਈ ਪਿੰਡ ਦਾ ਬੈਠਾ ਹੋਵੇ, ਕੋਈ ਜਾਣਨ ਵਾਲਾ ਬੈਠਾ ਹੋਵੇ, ਤੇ ਉਹਨੂੰ ਅਸੀਂ ਕਹੀਏ ਉਹ ਨਾ ਦੇਵੇ, ਤਾਂ ਬੜਾ ਮਨ 'ਚ ਦੁੱਖ ਹੁੰਦਾ। ਦੇਖ ਕੇ ਮੈਨੂੰ ਜਾਣਦਾ ਸੀ, ਇਹਨੇ ਮੈਨੂੰ ਸੀਟ ਨਹੀਂ ਦਿੱਤੀ, ਕਿਉਂਕਿ ਉੱਥੇ ਨਾਤਾ ਜੁੜ ਗਿਆ, ਸਾਡਾ ਸੰਬੰਧ ਜੁੜ ਗਿਆ, ਇਸ ਕਰਕੇ ਉੱਥੋਂ ਦੁੱਖ ਮਿਲ ਰਿਹਾ। ਤੇ ਸਤਿਗੁਰੂ ਨੇ ਫਰਮਾਇਆ ਕਿ ਵੀ ਇਸ ਤਰੀਕੇ ਨਾਲ ਨਹੀਂ ਚਮੜਨਾ, ਇਸ ਤਰ੍ਹਾਂ ਦੀ ਗੰਢ ਨਹੀਂ ਬੰਨ ਲੈਣੀ ਹੈ ਕਿ ਬਈ ਆਹ ਮੇਰਾ ਮੇਰਾ ਠੀਕ ਹੈ, ਮੇਰਾ ਇੱਕੋ ਹੀ ਹੈ ਸਿਰਫ। ਜਿਹਨੂੰ ਕਿਹਾ ਕਿ ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਉਹ ਸਿਰਫ ਮੇਰਾ ਹੈ, ਬਾਕੀ ਜਿਹੜਾ ਆ ਉਹ ਪਰਾਇਆ ਹੀ ਹੈ ਸਾਰਾ। ਸਾਰੇ ਨਾਤੇ ਨਿਭਾਉਂਦਿਆਂ ਹੋਇਆਂ ਇਹ ਮਨ ਦੇ ਵਿੱਚ ਭਾਵਨਾ ਇੰਨੀ ਪੱਕੀ ਆ ਜਾਣੀ, ਇੰਨਾ ਵਿਸ਼ਵਾਸ ਭਰੋਸਾ ਬਣ ਜਾਣਾ, ਕੋਈ ਦੁੱਖ ਹੈ ਹੀ ਨਹੀਂ। ਫਿਰ ਕੋਈ ਕਿਸੇ ਕੋਲੋਂ ਆਸ ਹੀ ਨਹੀਂ ਬਚਦੀ ਕਿ ਕਿਸੇ ਤਰ੍ਹਾਂ ਦੀ ਕਿ ਬਈ ਇਹ ਮੇਰੀ ਮਦਦ ਕਰੇ, ਜਾਂ ਇਹਨੇ ਮੈਨੂੰ ਕਿਉਂ ਚੰਗਾ ਮਾੜਾ ਬੋਲਿਆ, ਜਾਂ ਇਹ ਮੇਰਾ ਕਹਿਣਾ ਕਿਉਂ ਨਹੀਂ ਮੰਨਦਾ। ਦੁੱਖ ਆਪਣੇ ਤੋਂ ਹੁੰਦਾ ਹੈ ਕਿ ਮੇਰੇ ਬੱਚੇ ਮੇਰੇ ਕਹਿਣੇ 'ਚ ਨਹੀਂ ਹੈ, ਮੇਰੀ ਗੱਲ ਨਹੀਂ ਮੰਨ ਰਹੇ, ਮੇਰਾ ਫਲਾਣਾ ਜਿਹੜਾ ਆ ਉਹ ਚੀਜ਼ ਨਹੀਂ ਕਰ ਰਿਹਾ। ਉਹ ਜਿੱਥੇ ਮੇਰਾ ਮੇਰਾ ਆ ਜਾਂਦਾ ਉੱਥੋਂ ਦੁੱਖ ਹੁੰਦਾ ਹੈ, ਬਾਹਰ ਕਿਤੇ ਦੁੱਖ ਨਹੀਂ ਆਉਂਦਾ। ਤੇ ਸਤਿਗੁਰੂ ਸਾਨੂੰ ਸਮਝਾ ਰਹੇ ਨੇ ਕਿ ਇਹ ਮਨ ਦੇ ਵਿੱਚ ਪੱਕਾ ਵਿਸ਼ਵਾਸ ਕਰੀਏ ਕਿ ਇਹ ਜੱਗ ਮੀਤ ਨਾ ਦੇਖਿਓ, ਕਿਉਂਕਿ ਇੱਥੇ ਕੋਈ ਮਿੱਤਰ ਹੈ ਹੀ ਨਹੀਂ ਹੈ।
ਜਦੋਂ ਸਾਡਾ ਐਸਾ ਭਾਵ ਬਣੇਗਾ ਤੇ ਸਾਨੂੰ ਦੁੱਖ ਨਹੀਂ ਹੋਏਗਾ। ਅਗਰ ਹੋਣਾ ਕਿ ਸਗਲ ਜੰਗ ਜਗਤ ਆਪਣੇ ਸੁਖ ਲਾਗਿਓ, ਦੁੱਖ ਮੇ ਸੰਗ ਨਾ ਹੋਈ। ਕਹਿੰਦੇ ਜਿਹੜੇ ਸਾਨੂੰ ਆਪਣੇ ਲੱਗਦੇ ਵੀ ਏ ਉਹ ਵੀ ਉਹ ਭਰਮ ਜਾਲ ਹੈ। ਕਈ ਵਾਰੀ ਬੜਾ ਹਿੱਤ ਹੁੰਦਾ ਹੈ, ਕਈ ਵਾਰੀ ਅਸੀਂ ਕਹਿੰਦੇ ਨਹੀਂ ਉਹ ਨਹੀਂ, ਪਰ ਆਹ ਜਿਹੜੇ ਆਹ ਬੱਚੇ ਜਿਹੜੇ ਆ ਇਹਨਾਂ ਬੱਚਿਆਂ 'ਚੋਂ ਆਹ ਬੱਚਾ ਮੇਰਾ ਬੜਾ ਸਕਾ ਹੈ, ਆਹ ਤੇ ਮੇਰੀ ਪਰਵਾਹ ਨਹੀਂ ਕਰਦੇ, ਆਹ ਮੇਰੀ ਬੜੀ ਪਰਵਾਹ ਕਰਦਾ ਹੈ, ਇਹ ਤੇ ਮੈਨੂੰ ਦੁੱਖ ਸੁੱਖ 'ਚ ਪੁੱਛਦਾ ਹੈ, ਆਹ ਦੁੱਖ ਸੁੱਖ 'ਚ ਨਹੀਂ ਮੈਨੂੰ ਪੁੱਛਦਾ, ਆਹ ਚੰਗਾ ਹੋ ਗਿਆ ਹੈ, ਇਹ ਮਾੜਾ ਹੋ ਗਿਆ ਹੈ। ਨਹੀਂ, ਜਦੋਂ ਸਾਡੇ ਮਨ 'ਚ ਇਹ ਚੀਜ਼ ਆਏਗੀ ਅਸੀਂ ਮਾਰ ਖਾਵਾਂਗੇ ਹੀ ਖਾਵਾਂਗੇ। ਉਸ ਵੇਲੇ ਕੋਈ ਇੱਥੇ ਆਪਣਾ ਨਹੀਂ ਹੈਗਾ। ਸਮਾਂ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿਸ ਤਰ੍ਹਾਂ ਕਰਵਟ ਲੈਂਦਾ ਹੈ। ਜਦੋਂ ਉਹਨਾਂ ਦੀ ਮਿਹਰ ਹੁੰਦੀ ਹੈ ਤੇ ਦੁਸ਼ਮਣ ਵੀ ਆਪਣੇ ਬਣ ਜਾਂਦੇ ਆ। ਜਦੋਂ ਉਧਰੋਂ ਕੋਈ ਥੋੜੀ ਜਿਹੀ ਉਹਨਾਂ ਦਾ ਨਿਗਾਹ ਹੁੰਦੀ ਹੈ, ਜਿਸ ਤਰ੍ਹਾਂ ਕਹਿੰਦੇ ਜਦੋਂ ਨਿਗਾਹ ਪਲਟ ਜੇ ਤੇਰੀ, ਸ਼ੇਰਾਂ ਨੂੰ ਘਾਹ ਖਵਾ ਦੇ, ਜਦ ਰਹਿਮਤ ਹੋ ਜੇ ਤੇਰੀ ਤੇ ਚੋਰਾਂ ਤੋਂ ਕੁਤਬ ਬਣਾ ਦੇ। ਇਸ ਕਰਕੇ ਮਨ ਜਨ ਕਿਹਾ ਕਿ ਸਗਲ ਜਗਤ ਆਪਣੇ ਸੁਖ ਲਾਗਿਓ, ਕਿ ਜਿਹੜੇ ਸਾਨੂੰ ਲੱਗ ਰਹੇ ਨੇ ਉਹਨਾਂ ਦੇ ਪਿੱਛੇ ਕਿਤੇ ਨਾ ਕਿਤੇ ਆਪਣਾਪਨ ਜਿਹੜਾ ਉਹ ਦਿਖਾ ਰਹੇ ਨੇ, ਉਹਦੇ ਪਿੱਛੇ ਉਹਨਾਂ ਦੀ ਆਪਣੀ ਜਿਹੜੀ ਚੀਜ਼ ਛੁਪੀ ਹੈ ਉਹਨੂੰ ਅਸੀਂ ਦੇਖ ਨਹੀਂ ਪਾਉਂਦੇ। ਅਸੀਂ ਮੋਹ ਦੇ ਵਿੱਚ ਜਦੋਂ ਅੰਨੇ ਹੋ ਜਾਂਦੇ ਅਸੀਂ ਕਹਿੰਦੇ ਹਾਂ ਨਹੀਂ ਆਹ ਤੇ ਇਸੇ ਤਰ੍ਹਾਂ ਤੇ ਇਸੇ ਤਰ੍ਹਾਂ। ਨਹੀਂ, ਸਤਿਗੁਰਾਂ ਦੇ ਬਚਨਾਂ ਤੇ ਵਿਸ਼ਵਾਸ ਕਰੀਏ, ਭਰੋਸਾ ਕਰੀਏ। ਕਦੀ ਕਿਸੇ ਨਾਲ ਜਿਹੜਾ ਬਹੁਤਾ ਆਪਣਾ ਲੱਗਦਾ ਹੈ, ਕਦੀ ਥੋੜਾ ਜਿਹਾ ਜਿਹੜੇ ਬਗਾਨੇ ਲੱਗਦੇ ਨੇ ਉਹ ਜਿਹਾ ਵਿਵਹਾਰ ਉਹਨਾਂ ਨਾਲ ਕਰਕੇ ਦੇਖੀਏ। ਥੋੜੇ ਟਾਈਮ 'ਚ ਉਹ ਜਿਹੜਾ ਬਾਜ ਖੁੱਲ ਜਾਂਦਾ ਹੈ, ਪਤਾ ਲੱਗ ਜਾਂਦਾ ਹੈ ਕਿ ਕੌਣ ਆਪਣਾ। ਕੋਈ ਵੀ ਇੱਥੇ ਆਪਣਾ ਨਹੀਂ, ਪਰ ਮਨ ਵਿਸ਼ਵਾਸ ਨਹੀਂ ਕਰਦਾ ਇਸ ਚੀਜ਼ ਤੇ। ਜਦੋਂ ਅਸੀਂ ਸਤਿਗੁਰਾਂ ਦੇ ਬਚਨ ਸੁਣਦੇ ਵੀ ਹਾਂ, ਮਨ ਦੇ ਵਿੱਚ ਕਈ ਚੀਜ਼ਾਂ ਚੱਲੀ ਜਾਂਦੀਆਂ, ਨਹੀਂ ਫਲਾਣਾ ਤੇ ਸਕਾ ਹੈਗਾ ਹੀ ਆ, ਉਹਨੇ ਤੇ ਮੈਨੂੰ ਕਦੀ ਕੁਛ ਨਹੀਂ ਕਿਹਾ, ਉਹਨੇ ਤੇ ਇਸੇ ਤਰ੍ਹਾਂ ਹੀ ਹੈ, ਮਨ 'ਚ ਬੜਾ ਕੁਛ ਹੁੰਦਾ ਹੈ। ਪਰ ਸਾਰੀਆਂ ਗੱਲਾਂ ਨੂੰ ਪਛਾਣ ਕਰਕੇ ਇੱਕ ਸਤਿਗੁਰਾਂ ਦੇ ਬਚਨਾਂ ਦੇ ਵਿਸ਼ਵਾਸ ਹੋਵੇ ਤੇ ਫਿਰ ਅਸੀਂ ਉਹਦੇ 'ਚ ਕਾਮਯਾਬ ਹੋ ਸਕਦੇ ਹਾਂ। ਜਿਸ ਤਰ੍ਹਾਂ ਮੈਂ ਫਰਮਾਇਆ ਕਿ ਸਵਾਮੀ ਜੀ ਮਹਾਰਾਜ ਨੇ ਫਰਮਾਇਆ ਕਿ ਮਿੱਤਰ ਤੇਰਾ ਕੋਈ ਨਹੀਂ ਸੰਗੀਆਂ। ਹੁਣ ਸਾਡੇ 'ਚੋਂ ਵੈਰ ਵਿਰੋਧ ਪੈਦਾ ਨਹੀਂ ਕਰਨਾ ਚਾਹੁੰਦੇ, ਪਰ ਸਾਨੂੰ ਇਸ ਦੁੱਖ ਦੇ ਸਾਗਰ 'ਚੋਂ ਬਾਹਰ ਕੱਢਣਾ ਚਾਹੁੰਦੇ ਨੇ। ਇਸ ਲਈ ਜੋ ਸੱਚਾਈ ਹੈ ਉਹ ਬਿਆਨ ਕਰਦੇ ਨੇ। ਦੁਨੀਆ ਨਹੀਂ ਕੋਈ ਸੱਚ ਬੋਲ ਸਕਦੀ, ਕਿ ਦੁਨੀਆ ਸੱਚ ਹੈ ਹੀ ਨਹੀਂ ਉਹ ਜਿਹੜੀ ਚੀਜ਼ ਹੈ। ਇਸ ਕਰਕੇ ਸਤਿਗੁਰ ਕਿਸੇ ਚੀਜ਼ ਦਾ ਲਿਹਾਜ਼ ਨਹੀਂ ਕਰਦੇ, ਕਿਸੇ ਚੀਜ਼ ਦਾ ਨਹੀਂ, ਜੋ ਸੱਚ ਆ ਉਹ ਦੱਸ ਦਿੰਦੇ ਨੇ। ਇਸ ਕਰਕੇ ਮੈਂ ਸੁਣਾ ਕਿ ਇਹ ਜਿਹੜੇ ਜੋ ਸਾਨੂੰ ਲੱਗ ਰਹੇ ਨੇ ਆਪਣੇ, ਉਹ ਕਿਤੇ ਨਾ ਕਿਤੇ ਉਹਨਾਂ ਦੇ ਪਿੱਛੇ ਜਿਹੜੇ ਉਹਨਾਂ ਦਾ ਮਨ ਦਾ ਭਾਵ ਆ, ਜਦੋਂ ਉਹ ਸਾਨੂੰ ਪਤਾ ਲੱਗੇਗਾ ਤੇ ਉਦੋਂ ਸਾਨੂੰ ਫਿਰ ਦੁੱਖ ਪਹੁੰਚੇਗਾ। ਤੇ ਆਪਣੀ ਸੁੱਖ ਦੇ ਕਰਕੇ, ਆਪਣੀਆਂ ਮਨੋਕਾਮਨਾ ਨੂੰ ਪੂਰੀਆਂ ਕਰਨ ਵਾਸਤੇ ਕਿਤੇ ਨਾ ਕਿਤੇ ਕੋਈ ਸਾਡੇ ਨਾਲ ਲੱਗਾ ਪਿਆ ਹੈ ਤੇ ਅਸੀਂ ਮਾਰ ਖਾਈ ਜਾਂਦੇ ਹਾਂ ਕਿ ਨਹੀਂ ਇਹ ਬੜੇ ਸਕਾ ਹੈ। ਇਸ ਕਰਕੇ ਠੀਕ ਹੈ, ਕੰਮ ਸਾਰੇ ਕਰੀਏ, ਸਤਿਗੁਰਾਂ ਦੇ ਸਾਰੇ ਜੀ ਨੇ, ਆਪਣੀ ਡਿਊਟੀ ਕਰੀਏ, ਸਭ ਕੁਝ ਕਰੀਏ, ਪਰ ਕਿਸੇ ਨਾਲ ਚੰਬੜੀਏ ਨਾ ਕਿਤੇ। ਜਦੋਂ ਵੀ ਉਹ ਚੀਜ਼ ਬਣੇਗੀ, ਮੈਂ ਕਈ ਵਾਰੀ ਦੱਸਿਆ ਹੈ ਕਿ ਗੁਰੂ ਮਹਾਰਾਜ ਜੀ ਨੇ ਵਚਨ ਕਈ ਵਾਰੀ ਫਰਮਾਏ, ਕਈ ਸਤਸੰਗੀਆਂ ਨੂੰ ਐਸਾ ਵਚਨ ਫਰਮਾਇਆ ਕਿ ਦੱਸਿਆ ਉਹਨਾਂ ਨੇ ਕਿ ਇਸ ਤਰ੍ਹਾਂ ਸਤਿਗੁਰਾਂ ਨੇ ਵਚਨ ਕੀਤੇ ਸੀ। ਪਰ ਉਹ ਇਹ ਨਹੀਂ ਕਿ ਹੈ ਤਾਂ ਪਹਿਲਾਂ ਹੀ ਕੋਈ ਨਹੀਂ, ਅਸੀਂ ਚਮੜੇ ਹੁੰਦੇ ਹਾਂ। ਗੁਰੂ ਮਹਾਰਾਜ ਨੇ ਫਰਮਾਇਆ, ਬਾਬਾ ਜੀ ਨੇ ਪਹਿਲੇ ਸਤਿਗੁਰਾਂ ਨੂੰ ਕਿ ਬਈ ਇਸ ਤਰ੍ਹਾਂ ਕੋਈ ਰਿਸ਼ਤੇਦਾਰ ਨਹੀਂ, ਕੋਈ ਇਸ ਤਰ੍ਹਾਂ ਨਹੀਂ, ਬਈ ਮੇਰੀ ਸੇਵਾ ਦਾ ਫਿਕਰ ਕਰੀ, ਕਿਸੇ ਦਾ ਫਿਕਰ ਨਾ ਕਰੀ। ਗੁਰੂ ਮਹਾਰਾਜ ਨੇ ਅੱਗੇ ਕਈ ਸੇਵਾਦਾਰਾਂ ਨੂੰ ਵਚਨ ਲਾਏ ਕਿ ਵੀ ਮੇਰੇ ਸਤਿਗੁਰਾਂ ਨੇ ਮੇਰੀ ਨਹੀਂ ਕਿਸੇ ਨਾਲ ਬਣਨ ਦਿੱਤੀ, ਮੈਂ ਤੇਰੀ ਨਹੀਂ ਬਣਨ ਦੇਣੀ। ਕਈ ਸੇਵਾਦਾਰ ਦੱਸਦੇ। ਹੁਣ ਇਹ ਨਹੀਂ ਕਿ ਬਣਨ ਦੇਣੀ ਨਹੀਂ ਉਹਨਾਂ ਨੇ, ਅਸਲ 'ਚ ਉਹ ਹੈ ਹੀ ਨਹੀਂ ਆ, ਅਸੀਂ ਚੰਬੜੇ ਪਏ ਆ। ਇਸ ਕਰਕੇ ਉਹ ਖੋਲ ਦਿੰਦੇ ਨੇ, ਪਰਦਾ ਖੋਲ ਦਿੰਦੇ ਨੇ ਕਿ ਇਹਨੂੰ ਕਿਸੇ ਤਰ੍ਹਾਂ ਯਕੀਨ ਆ ਜਾਵੇ ਕਿ ਨਹੀਂ ਗੱਲ ਬਣਨੀ ਹੈ। ਇਹ ਜਦੋਂ ਬਹੁਤਾ ਚਮੜਦਾ ਫਿਰ ਉਹ ਕੋਈ ਨਾ ਕੋਈ ਐਸਾ ਮੋਝਾ ਕਰਦੇ ਨੇ ਤੇ ਸਾਨੂੰ ਸਿੱਧੇ ਵਚਨ ਸੁਣਾ ਦਿੰਦੇ ਨੇ। ਇਸ ਕਰਕੇ ਮਨ ਦੇ ਵਿੱਚ ਇੱਕੋ ਹੀ ਵਿਸ਼ਵਾਸ ਹੋਵੇ, ਭਰੋਸਾ ਹੋਵੇ ਕਿ ਬਈ ਇੱਕ ਮੇਰਾ ਸਤਿਗੁਰ ਜਿਹੜਾ ਮੈਂ ਕਦੀ ਭਾਵੇਂ ਉਹਨਾਂ ਦਾ ਕਹਿਣਾ ਨਹੀਂ ਮੰਨਦਾ, ਕਦੀ ਵੀ ਉਹਨਾਂ ਦੇ ਬਚਨਾਂ ਦੇ ਵਿੱਚ ਮੇਰੇ ਕੋਲ ਨਹੀਂ ਚੱਲਿਆ ਜਾਂਦਾ, ਪਰ ਉਹ ਫਿਰ ਵੀ ਮੇਰਾ ਮਿੱਤਰ ਹੈ। ਜਿੱਥੇ ਮੈਨੂੰ ਲੋੜ ਪੈਂਦੀ ਹੈ, ਜਿਸ ਤਰ੍ਹਾਂ ਸੱਜਣ ਸੋਈ ਜੋ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀ ਉੱਥੇ ਹਾਜ਼ਰ ਪਏ ਦਿਸਣ। ਇੱਥੇ ਕਿਸੇ ਕੋਲ 2-4 ਵਾਰੀ ਮਦਦ ਮੰਗੀ ਹੋਵੇ ਤੇ ਅਸੀਂ ਉਹਦੀ ਕੋਈ ਕਿਸੇ ਮਦਦ ਨਾ ਕਰ ਸਕੀ ਹੋਈਏ ਕਿਸੇ ਟਾਈਮ ਦੇ ਉੱਤੇ, ਤੇ ਉਹ ਵੀ ਬੰਦਾ ਕਹਿ ਦਿੰਦਾ ਕਿ ਮੈਂ ਇਹਦੀ 4-5 ਵਾਰੀ ਮਦਦ ਕੀਤੀ, ਹੁਣ ਨਹੀਂ ਮੈਂ ਕਰਨੀ ਇਹਦੀ। ਇਹ ਤਾਂ ਬੰਦਾ ਆਪਣੇ ਵਾਰੀ ਤੇ ਇਸ ਤਰ੍ਹਾਂ ਕਰਦਾ ਹੈ। ਪਰ ਉਹ ਇੱਕ ਐਸਾ ਦਿਆਲ ਮਿਹਰਬਾਨ ਸਤਿਗੁਰ ਹੈ ਕਿ ਜਦੋਂ ਵੀ ਅਸੀਂ ਸੱਚੇ ਹਿਰਦੇ ਦੇ ਨਾਲ ਉਹਦੇ ਸਾਹਮਣੇ ਪੁਕਾਰ ਕਰਦੇ ਹਾਂ, ਉਹ ਮਦਦ ਸਾਡੀ ਕਰਦਾ ਹੀ ਕਰਦਾ ਹੈ, ਉਹ ਮਦਦ ਲਈ ਪਹੁੰਚਦਾ ਹੈ। ਹਾਂਜੀ। ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ
ਆਪਣੇ ਸੁਖ ਲਾਗਿਓ, ਦੁਖ ਮੈਂ ਸੰਗ ਨਾ ਹੋਈ। ਦਾਰਾ ਮੀਤ ਪੂਤ ਸੰਬੰਧੀ, ਸਗਰੇ ਤਨ ਸਿਓ ਲਾਗੇ। ਜਬ ਹੀ ਨਿਰਦਨ ਦੇਖਿਓ ਨਰ ਕੋ, ਸੰਗ ਸਾਡ ਸਭ ਭਾਗੇ। ਹੁਣ ਦੇਖੋ ਕਿਸ ਤਰ੍ਹਾਂ ਪਰਦੇ ਉਤਾਰ ਰਹੇ ਨੇ ਹਰ ਚੀਜ਼ ਤੋਂ। ਹੁਣ ਹੁੰਦੇ ਨੇ ਦਾਰਾ ਮੀਤ ਪੂਤ ਸੰਬੰਧੀ, ਸਭ ਦਾ ਹੀ ਨਾਂ ਲੈ ਲਿਆ। ਕੋਈ ਵੀ ਕਹਿੰਦੇ ਦਾਰਾ ਮੀਤ ਪੂਤ ਸੰਬੰਧੀ, ਸਗਰੇ ਧਨ ਸਿਉ ਲਾਗੇ। ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਜ਼ਰੂਰਤ ਹੈ, ਕਿਸੇ ਤਰ੍ਹਾਂ ਦਾ ਵੀ, ਤੇ ਉਹ ਆਪਣੇ ਮਤਲਬ ਕਰਕੇ ਕਹਿੰਦੇ ਆ ਕਿ ਨਾਲ ਲੱਗੇ ਨੇ। ਹੁਣ ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ ਕਿ ਜਦੋਂ ਸਤਿਗੁਰਾਂ ਦੇ ਜਿਹੜੇ ਵਚਨ ਨੇ ਬੜੇ ਸਾਨੂੰ ਕਈ ਵਾਰੀ ਕੜਵੇ ਲੱਗਦੇ ਨੇ, ਕਿਉਂਕਿ ਦੁਨੀਆ ਨਾਲ ਸਾਡੀ ਇੰਨੀ ਉਹ ਮਿੱਤਰਤਾ ਹੋ ਗਈ, ਸਾਨੂੰ ਉਹ ਮਿੱਠੇ ਲੱਗਦੇ ਨੇ। ਪਰ ਜਿਹੜੇ ਜਿਸ ਤਰ੍ਹਾਂ ਇੱਥੋਂ ਜਿਨ੍ਹਾਂ ਦਾ ਤਜਰਬਾ ਵੱਧਦਾ ਜਾਂਦਾ, ਉਹਨਾਂ ਨੂੰ ਕਦੀ ਪੁੱਛ ਕੇ ਦੇਖੀਏ, ਪਤਾ ਲੱਗਦਾ ਹੈ। ਜਿਉਂ ਜੀਵਨ 'ਚ ਅੱਗੇ ਵੱਧਦੇ ਆ, ਸਭ ਦੇ ਨਾਲ ਫਿਰ ਉਹ ਕੋਈ ਨਾ ਕੋਈ ਐਸੀ ਘਟਨਾ ਹੁੰਦੀ, ਅਗਲਾ ਕਹਿੰਦਾ ਕਿ ਹਾਂ ਬਈ ਜੋ ਬਾਣੀ ਕਹਿੰਦੀ ਹੈ ਠੀਕ ਹੈ, ਜੋ ਸਤਿਗੁਰ ਫਰਮਾਉਂਦੇ ਨੇ ਸਹੀ ਹੈ, ਪਤਾ ਲੱਗ ਜਾਂਦਾ ਉਸ ਚੀਜ਼ ਦਾ। ਹੁਣ ਫਰਮਾਉਂਦੇ ਨੇ ਦਾਰਾ ਮੀਤ ਪੂਤ ਸੰਬੰਧੀ, ਸਗਰੇ ਧਨ ਸਿਉ ਲਾਗੇ। ਜਬ ਹੀ ਨਿਰਦਨ ਦੇਖਿਓ ਨਰ ਕੋ, ਸੰਗ ਛਾੜ ਸਭ ਭਾਗੇ। ਕਹਿੰਦੇ ਯਾਰ ਉਦੋਂ ਤੱਕ ਹੁੰਦੇ ਨੇ ਜਦੋਂ ਜੇਬ 'ਚ ਪੈਸਾ ਹੋਵੇ, ਕੋਈ ਤੁਹਾਡੀ ਚੱਲਦੀ ਹੋਵੇ, ਕੋਈ ਕਿਸੇ ਤਰ੍ਹਾਂ ਦੇ ਹੋਣ, ਤੇ ਬੜੇ ਯਾਰ ਦੋਸਤ ਬਣ ਜਾਂਦੇ ਨੇ, ਬਹੁਤ ਕੁਛ ਹੋ ਜਾਂਦਾ ਹੈ। ਪਰ ਜਦੋਂ ਦੇਖਿਆ ਕਿ ਹੁਣ ਤੇ ਇਹਦੇ ਪੱਲੇ ਕੁਛ ਨਹੀਂ ਹੈ, ਉਸੇ ਵੇਲੇ ਹੀ ਉਹ ਚੀਜ਼ਾਂ ਹੋ ਜਾਂਦੀਆਂ ਨੇ, ਬਦਲ ਜਾਂਦੀਆਂ ਨੇ। ਪਾਰਟੀਆਂ ਬਦਲਦੀਆਂ ਜਾਂਦੀਆਂ ਜਦੋਂ ਪਤਾ ਚੱਲਦਾ ਕਿ ਕੋਈ ਕਮਜ਼ੋਰੀ ਆ ਗਈ ਹੈ। ਕੋਈ ਆਪਣੇ ਰਿਸ਼ਤੇਦਾਰ ਹੋਣ, ਉਹ ਕਿਸੇ ਨੂੰ ਨਾ ਮਿਲਦੇ ਹੋਣ, ਜਾਂ ਕਿਸੇ ਗੱਲ ਕਰਕੇ, ਕਿਸੇ ਵੇਲੇ ਕੋਈ ਗਰੀਬ ਹੁੰਦਾ ਹੈ, ਜਦੋਂ ਕਿਸੇ ਕੋਲ ਪੈਸਾ ਆ ਗਿਆ, ਕੋਈ ਉਹਦੇ ਕੋਲ ਐਂ ਹੋ ਗਿਆ, ਜਿਨ੍ਹਾਂ ਨੂੰ ਕਦੀ ਕਹਿੰਦੇ ਹੁੰਦੇ ਕਿ ਇਹ ਸਾਡਾ ਰਿਸ਼ਤੇਦਾਰ ਹੈ ਹੀ ਨਹੀਂ, ਕਦੀ ਪੁੱਛਿਆ, ਉਹਨਾਂ ਨੂੰ ਵੀ ਰਿਸ਼ਤੇ ਗੰਢਣੇ ਸ਼ੁਰੂ ਕਰ ਦਿੰਦੇ ਨੇ। ਤੇ ਜੇ ਕੋਈ ਬੜਾ ਕੋਈ ਉੱਪਰ ਵਾਲਾ, ਜਿਹਨੂੰ ਆਪ ਫੋਟੋਆਂ ਖਿਚਾਉਂਦੇ ਹੋਣ ਨਾਲ, ਤੇ ਜੇ ਉਹਦੀ ਕੋਈ ਐਸੀ ਕੋਈ ਮਾੜੀ ਚੀਜ਼ ਆ ਜਾਏ ਸਾਹਮਣੇ, ਤੇ ਬੰਦਾ ਕਵੇ, ਤੇ ਫਿਰ ਕਹਿੰਦੇ ਨਹੀਂ ਇਹ ਸਾਡਾ ਰਿਸ਼ਤੇਦਾਰ ਥੋੜ੍ਹਾ ਹੈ, ਇਹ ਸਾਡਾ ਕੋਈ ਮਿੱਤਰ ਥੋੜ੍ਹਾ ਹੈ। ਇਹ ਤੋਂ ਸਿੱਧ ਕੀ ਹੁੰਦਾ ਹੈ ਕਿ ਬਈ ਹਰ ਇੱਕ ਆਪਣੇ ਆਪਣੇ ਮਤਲਬ ਕਰਕੇ ਸਾਡੇ ਨਾਲ ਲੱਗਾ ਪਿਆ ਹੈ। ਜਿਹਦੇ ਨਾਲ ਨਹੀਂ ਮਤਲਬ ਹੈਗਾ, ਉਹਦੇ ਤੇ ਕੋਈ ਲਾਗੇ ਖੜਾ ਨਹੀਂ ਹੁੰਦਾ ਹੈਗਾ। ਪਰ ਇਹ ਜਦੋਂ ਵਿਸ਼ਵਾਸ ਹੋਏਗਾ ਮਨ ਦੇ ਵਿੱਚ, ਤੇ ਫਿਰ ਅਸੀਂ ਜੀਵਨ ਜੀਣਾ ਸ਼ੁਰੂ ਕਰਾਂਗੇ, ਤੇ ਫਿਰ ਸਤਿਗੁਰਾਂ ਦੀ ਦਇਆ ਜਿਹੜੀ ਕਿਰਪਾ ਹੁੰਦੀ ਹੈ, ਫਿਰ ਅਸੀਂ ਸੁਖੀ ਹੁੰਦੇ ਹਾਂ, ਫਿਰ ਦੁੱਖ ਨਹੀਂ ਹੁੰਦਾ। ਕਿਉਂ ਸਤਿਗੁਰੂ ਵਚਨ ਫਰਮਾ ਰਹੇ ਨੇ? ਕਿਉਂ ਉਹਨਾਂ ਨੂੰ ਕੀ ਲੋੜ ਹੈ? ਅਸੀਂ ਸਾਰਿਆਂ ਨੂੰ ਮਿੱਤਰ ਬਣਾਈਏ, ਅਸੀਂ ਸਾਰਿਆਂ ਦੇ ਨਾਲ ਜਿਸ ਤਰ੍ਹਾਂ ਮਰਜ਼ੀ ਸਾਰਾ ਜੀਵਨ, ਤੇ ਉਹਨਾਂ ਨੂੰ ਕੋਈ ਇਸ ਨਾਲ ਨਹੀਂ। ਉਹਨਾਂ ਨੇ ਕੀ ਲੈਣਾ ਸਾਡੇ ਤੋਂ? ਪਰ ਇਹ ਕਿਸੇ ਦਾ ਨਾਮ ਨਹੀਂ ਲੈ ਰਹੇ, ਕਿਸੇ ਦਾ, ਕਿ ਇੱਕ ਜਣੇ ਨੂੰ ਕਿਸੇ ਨੂੰ ਕਹਿ ਰਹੇ, ਸਾਰੇ ਸੰਸਾਰ ਵਾਸਤੇ ਆ। ਕਿ ਉਹਨਾਂ ਨੇ ਕਿਹਾ ਕਿ ਕੋਈ ਵੀ ਕਿਸੇ ਦਾ ਮਿੱਤਰ ਨਹੀਂ ਹੈਗਾ, ਕੋਈ ਵੀ ਕਿਸੇ ਦਾ। ਇਹ ਮਨ 'ਚ ਮਤਲਬ ਕਹਿਣ ਦਾ ਕੀ ਹੈ ਕਿ ਮਾਣ ਜਿਹੜਾ ਆ ਉਹ ਆਪਣੇ ਸਤਿਗੁਰਾਂ ਤੇ ਹੀ ਹੋਵੇ, ਕਿਉਂਕਿ ਲੋੜ ਪੈਣ ਤੇ ਉਹਨਾਂ ਨੇ ਹੀ ਕੰਮ ਆਉਣਾ। ਠੀਕ ਹੈ, ਕਿਸੇ ਵਿੱਚ ਬੈਠ ਕੇ ਜਿਹਦਾ ਮਰਜ਼ੀ ਉਹ ਕਰ ਦੇਣ, ਪਰ ਕਰੇਗਾ ਉਹ ਹੀ। ਜੇ ਉਹ ਨਹੀਂ ਹੈ, ਉਹਦੀ ਨਿਗਾਹ ਨਹੀਂ ਹੈ, ਤੇ ਫਿਰ ਕੋਈ ਵੀ ਆਪਣੇ ਵੀ ਜਿਹੜੇ ਆ ਉਹ ਵੀ ਬੇਗਾਨੇ ਬਣ ਜਾਂਦੇ ਨੇ। ਹਾਂਜੀ ਬੇਟੇ। ਜਬ ਹੀ ਨਿਰਦਨ ਦੇਖਿਓ ਨਰ ਕੋ, ਸੰਗ ਸਾਡ ਸਭ ਭਾਗੇ। ਕਹਉ ਕਹਾਇਆ ਮਨ ਬੋਰੇ ਕੋ, ਇਨ ਸਿਓ ਨੇਉ ਲਗਾਇਓ। ਦੀਨਾਨਾਥ ਸਕਲ ਪੈ ਭੰਜਨ, ਜਸ ਤਾਕੋ ਵਿਚਾਰਿਓ। ਹੁਣ ਕਹਿੰਦੇ ਨੇ ਕਿ ਮੈਂ ਕੀ ਇਹਨੂੰ ਮਨ ਦੀ ਗੱਲ ਕਰਾਂ। ਹੋਇਆ ਕਿ ਕਹੂੰ ਕਿਆ ਜਾਂ ਮਨ ਬੋਰੇ, ਇਨ ਸਿਓ ਨੀਂਦ ਲਗਾਇਓ।
ਕਹਿੰਦੇ ਇਸ ਮਨ ਨੂੰ ਕੀ ਮੈਂ ਸਮਝਾਵਾਂ, ਕਿੰਨੀ ਵਾਰ ਇਹਨੂੰ ਸਮਝਾ ਚੁੱਕਿਆ ਹੈ, ਪਰ ਇਹਨਾਂ ਦਾ ਪਿਆਰ ਇਹਦਾ ਨੇਹ ਜਿਹੜਾ ਹੈ ਇਸ ਸੰਸਾਰ ਦੇ ਨਾਲ ਹੀ ਲੱਗਾ ਹੈ। ਅਗੇ ਹੋਇਆ ਕਿ ਦੀਨਾ ਨਾਥ ਸਕਲ ਪੈ ਪੰਜਨ ਜਸ ਤਾਕੋ ਬਿਸਰਾਇਓ। ਕਹਿੰਦੇ ਕਿ ਜਿਹੜਾ ਉਹ ਦੀਨਾਂ ਦਾ ਨਾਥ ਹੈ, ਦੀਨ ਦਿਆਲ ਹੈ, ਜਿਹੜਾ ਗਰੀਬਾਂ ਦਾ ਮਸੀਹਾ ਹੈ, ਜਿਹੜਾ ਹਰ ਵੇਲੇ ਸਾਡੀ ਗੱਲ ਸੁਣਦਾ ਹੈ, ਹਰ ਵੇਲੇ ਸਾਡੇ ਨਾਲ ਰਹਿੰਦਾ ਹੈ, ਕਹਿੰਦੇ ਉਹਨੂੰ ਇਹ ਭੁੱਲਿਆ ਪਿਆ। ਬਾਕੀਆਂ ਨੂੰ ਸਾਰਿਆਂ ਨੂੰ ਹੀ ਆਪਣਾ ਬਣਾ ਲਿਆ ਇਹਨੇ, ਪਰ ਜਿਹੜਾ ਹੈ ਹੀ ਆਪਣਾ ਹੈ ਉਹਨੂੰ ਭੁੱਲਿਆ ਪਿਆ, ਉਹਨੂੰ ਵਿਸਰਾਇਆ ਪਿਆ। ਹੁਣ ਸੋਚੀਏ ਕਿ ਜਦੋਂ ਇਹੋ ਜਿਹੀ ਹਾਲਤ ਹੋਵੇ ਤੇ ਫਿਰ ਸੁੱਖ ਕਿਸ ਤਰ੍ਹਾਂ ਹੋਏਗਾ, ਫਿਰ ਕਿਸ ਤਰ੍ਹਾਂ ਉਹ ਜਿਹੜੀ ਇਹ ਅੱਗੇ ਸਾਡੀ ਗੱਡੀ ਚੱਲੇਗੀ। ਅਸਲੀ ਚੀਜ਼ ਜਿਹੜੀ ਹੈ ਉਹਨੂੰ ਅਸੀਂ ਪਰੇ ਰੱਖਿਆ ਪਿਆ, ਨਕਲੀ ਚੀਜ਼ਾਂ ਦੇ ਨਾਲ ਸਾਡਾ ਮੋਹ ਪਿਆਰ ਬਣਿਆ ਹੈ। ਅਸੀਂ ਘਰਾਂ ਦੇ ਵਿੱਚ ਕਈ ਵਾਰੀ ਆ ਜਿਹੜੇ ਡੁਪਲੀਕੇਟ ਜਿਹੜੇ ਆਉਂਦੇ ਨੇ ਉਹ ਪਲਾਸਟਿਕ ਦੇ ਫਰੂਟ ਵਗੈਰਾ ਆਉਂਦੇ ਨੇ, ਕਈਆਂ ਨੇ ਡਾਈਨਿੰਗ ਟੇਬਲ 'ਤੇ ਰੱਖੇ ਹੁੰਦੇ ਨੇ, ਬੜੇ ਕੇਲੇ ਸੇਬ ਉੱਤੇ ਬੜੇ ਸਜਾ ਕੇ ਰੱਖੇ ਹੁੰਦੇ ਨੇ, ਪਰ ਉਹ ਦੇਖਣ ਨੂੰ ਤੇ ਬੜੇ ਸੋਹਣੇ ਲੱਗਦੇ ਨੇ, ਦੇਖਣ ਨੂੰ ਬੜੇ ਸੋਹਣੇ ਲੱਗਦੇ ਨੇ ਉਹ, ਪਰ ਉਹ ਕੀ ਉਹ ਜਦੋਂ ਭੁੱਖ ਲੱਗੀ ਹੈ ਤਾਂ ਅਸੀਂ ਉਹਨੂੰ ਖਾ ਸਕਦੇ ਹਾਂ? ਕਦੀ ਉਹਨਾਂ ਦੇ ਨਾਲ ਜਿਹੜੀ ਉਹ ਤ੍ਰਿਪਤੀ ਹੋ ਸਕਦੀ ਹੈ, ਪੇਟ ਭਰ ਸਕਦਾ ਹੈ? ਨਹੀਂ, ਉਹ ਕਦੀ ਨਹੀਂ ਬਣੇਗਾ। ਥੋੜੇ ਹੀ ਹੋਣ ਭਾਵੇਂ, ਇੱਕ ਹੀ ਉਹਦੇ ਵਿੱਚ ਕੋਈ ਅਸਲੀ ਹੋਵੇ, ਕੋਈ ਚੀਜ਼ ਹੋਵੇ, ਤੇ ਉਹਦੇ ਨਾਲ ਕੁਛ ਨਾ ਕੁਛ ਤ੍ਰਿਪਤੀ ਮਿਲੇਗੀ। ਇਸੇ ਤਰ੍ਹਾਂ ਇੰਨਾ ਸੰਸਾਰ ਦਾ ਬੰਧਨ ਹੋ ਕੇ, ਇੰਨੇ ਰਿਸ਼ਤੇ ਨਾਤੇ ਹੋ ਕੇ ਬੰਦਾ ਆਪਣੇ ਰਿਸ਼ਤੇਦਾਰਾਂ ਦਾ ਨਾਂ ਗਿਣ ਲੱਗੇ, ਕੋਈ ਵਿਆਹ ਸ਼ਾਦੀ ਆ ਜਾਏ ਨਾ, ਜਿਹੜੀਆਂ ਲਿਸਟਾਂ ਬਣ ਜਾਂਦੀਆਂ ਨੇ। ਪਰ ਜਦੋਂ ਕਿਤੇ ਦੁੱਖ ਹੋਵੇ, ਕੋਈ ਐਸੀ ਕੋਈ ਮੁਸੀਬਤ ਪਈ ਹੋਵੇ, ਤੇ ਉਦੋਂ ਕਿਸੇ ਨੂੰ ਨਾਲ ਖੜਾ ਵਾਸਤੇ ਕੋਈ ਲਿਸਟ ਉਦੋਂ ਕੋਈ ਨਹੀਂ ਲੱਭਦਾ, ਕੋਈ ਕਿ ਕੋਈ ਕਿਸੇ ਤਰ੍ਹਾਂ ਕੋਈ ਨਾਲ ਖੜਾ ਹੋ ਜਾਵੇ। ਪਰ ਉਹ ਜਿਸ ਤਰ੍ਹਾਂ ਨੇ ਫਰਮਾਇਆ ਕਿ ਦੀਨਾ ਨਾਥ ਸਕਲ ਪੈ ਪੰਜਨ, ਉਹ ਤਾਂ ਹਮੇਸ਼ਾ ਹੀ ਨਾਲ ਹੁੰਦਾ ਹੈ, ਪਰ ਉਹਦੇ ਵੱਲ ਧਿਆਨ ਹੀ ਨਹੀਂ ਜਾਂਦਾ ਕਦੀ। ਉਹਦੇ ਵੱਲ ਤੇ ਉਹ ਸਿਰਫ ਬਾਹਰਲੇ ਤੌਰ ਤੇ ਠੀਕ ਹੈ, ਉਹਦੇ ਕੋਲ ਇੱਕ ਜਿਸ ਤਰ੍ਹਾਂ ਮੰਗਤੇ ਬਣ ਕੇ ਜਾਂਦੇ, ਕੋਈ ਨਾ ਕੋਈ ਚੀਜ਼ ਮੰਗੀ ਜਾਂਦੇ ਆ, ਪਰ ਸਤਿਗੁਰੂ ਨੇ ਫਰਮਾਇਆ ਕਿ ਬਈ ਦਾਤਾ ਨੂੰ ਆਪਣਾ ਬਣਾ ਲਓ, ਦਾਤਾਂ ਤੁਹਾਡੇ ਪਿੱਛੇ ਪਿੱਛੇ ਭੱਜਿਆ ਫਿਰਨਗੀਆਂ। ਜੇ ਇੰਨਾ ਮਾਣ ਆ ਜੇ ਤੇ ਫਿਰ ਇਹਨੂੰ ਕਾਹਦਾ ਦੁੱਖ ਹੈ? ਬੜੀਆਂ ਕੁਛ ਹੁੰਦਾ ਹੈ, ਬੜੀਆਂ ਲੜਾਈਆਂ ਝਗੜੇ ਘਰਾਂ ਦੇ ਵਿੱਚ ਜਾਇਦਾਦਾਂ ਨੂੰ ਲੈ ਕੇ, ਬੜੀਆਂ ਹੋਰ ਕਈ ਚੀਜ਼ਾਂ ਤੋਂ ਹੁੰਦਾ ਹੈ, ਪਰ ਜੇ ਹਰ ਇੱਕ ਨੂੰ ਇੱਕ ਇੰਨਾ ਮਾਣ ਆ ਜਾਵੇ, ਹਰ ਕੋਈ ਕਵੇ ਕਿ ਮੇਰਾ ਸਤਿਗੁਰੂ ਨਾਲ ਹੈ, ਬਸ ਠੀਕ ਹੈ, ਕੋਈ ਗੱਲ ਨਹੀਂ ਹੈਗੀ, ਫਿਰ ਕਾਹਦੀ ਲੜਾਈ, ਫਿਰ ਕਦੀ ਮਨ 'ਚ ਹੋਏਗਾ ਵੀ ਨਹੀਂ ਕਦੀ ਕਿਸੇ ਤਰ੍ਹਾਂ ਦਾ। ਪਰ ਕਿਤੇ ਨਾ ਕਿਤੇ ਅਸੀਂ ਸਾਰੇ, ਇੱਕ ਦੀ ਗੱਲ ਨਹੀਂ ਕਰ ਰਹੇ, ਸਾਰੇ ਹਰ ਇੱਕ ਦੇ ਵਿੱਚ ਕਿਤੇ ਨਾ ਕਿਤੇ ਉਹ ਚੀਜ਼ ਹੁੰਦੀ ਹੈ ਕਿ ਨਹੀਂ, ਉਹਦੇ ਤੇ ਵਿਸ਼ਵਾਸ ਭਰੋਸਾ ਨਹੀਂ ਹੁੰਦਾ। ਕਹੀ ਜਾਵਾਂਗੇ ਉਹ ਨਾਲ ਹੀ ਹੈ, ਪਰ ਜਿਹੜੀ ਸਾਡੀ ਕਰਨੀ ਹੈ ਬਾਹਰਲੀ, ਉਹ ਤੋਂ ਪਤਾ ਚੱਲਦਾ ਕਿ ਨਹੀਂ, ਉਹ ਗੱਲ ਬਣਦੀ ਨਹੀਂ ਹੈਗੀ, ਮੇਲ ਨਹੀਂ ਖਾਂਦੀ ਨਾਲ। ਪਰ ਜਦੋਂ ਸਤਿਗੁਰਾਂ ਦੀ ਦਇਆ ਕਿਰਪਾ ਦੇ ਨਾਲ ਇੰਨਾ ਮਾਣ ਆ ਗਿਆ, ਜਦੋਂ ਇੰਨਾ ਪਤਾ ਚੱਲ ਗਿਆ, ਇਹਨੂੰ ਮਹਿਸੂਸ ਹੋ ਗਿਆ ਕਿ ਮੇਰਾ ਗੁਰੂ ਮੇਰੇ ਨਾਲ ਹੀ ਹੈ, ਮੇਰੇ ਸਾਹ ਨਾਲ ਸਾਹ ਲੈ ਰਿਹਾ ਹੈ, ਫਿਰ ਨਹੀਂ ਕਿਸੇ ਚੀਜ਼ ਦੀ ਪਰਵਾਹ ਕਰੇਗਾ। ਫਿਰ ਇੱਕ ਮਿੰਟ ਦੇ ਵਿੱਚ ਸਭ ਕੁਝ ਇਹਨੂੰ ਛੱਡੇਗਾ। ਜਿਸ ਤਰ੍ਹਾਂ ਰਾਜੇ ਜਨਕ ਦਾ ਦੱਸਿਆ ਸੀ ਕਿ ਜਦੋਂ ਤੱਕ ਉਹਨੂੰ ਨਹੀਂ ਸੀ ਪਤਾ, ਸਿਆਸਨ ਤੇ ਚੜ੍ਹ ਕੇ ਬੈਠਾ ਸੀ, ਜਦੋਂ ਉਹਦੇ ਸਤਿਗੁਰਾਂ ਨੇ ਕੋਈ ਉਹਨੂੰ ਬਚਨ ਲਗਾਏ ਤੇ ਇੱਧਰ ਉੱਧਰ ਧਿਆਨ ਜਾਂਦਾ ਸੀ ਸਾਰੀਆਂ ਚੀਜ਼ਾਂ ਵੱਲ। ਪਰ ਜਦੋਂ ਉਸ ਦਰਸ਼ਨ ਉਸੇ ਗੁਰੂ ਦੇ ਆਪਣੇ ਅੰਦਰ ਕਰ ਲਏ, ਉਹਦੇ ਨਾਲ ਪਤਾ ਚੱਲ ਗਿਆ ਕਿ ਆਹ ਇਸ ਤਰ੍ਹਾਂ ਦੀ ਉਹਦੀ ਪਾਵਰ ਹੈ, ਤੇ ਫਿਰ ਇੱਕ ਮਿੰਟ ਨਹੀਂ ਲਾਇਆ, ਸਾਰਾ ਰਾਜ ਭਾਗ ਛੱਡਣ ਲੱਗਿਆ, ਛੱਡ ਕੇ ਉਸੇ ਵੇਲੇ ਉਹਦੇ ਨਾਲ ਚੱਲ ਪਏ। ਇਸ ਕਰਕੇ ਜੋ ਸਤਿਗੁਰੂ ਸਾਨੂੰ ਰਸਤਾ ਦੱਸਦੇ ਨੇ, ਜੇ ਅਸੀਂ ਉਹਦੇ ਤੇ ਚੱਲਾਂਗੇ, ਰਹਿਣੀ ਉਸ ਚੀਜ਼ 'ਚ ਰਵਾਂਗੇ, ਤੇ ਫਿਰ ਉਹ ਜ਼ਰੂਰ ਸਤਿਗੁਰਾਂ ਦੇ ਦਰਸ਼ਨ ਹੁੰਦੇ ਨੇ। ਮਨ ਦੇ ਵਿੱਚ ਵਿਸ਼ਵਾਸ ਪੱਕਾ ਹੁੰਦਾ, ਪਤਾ ਚੱਲ ਜਾਂਦਾ ਹੈ ਕਿ ਬਈ ਗੁਰੂ ਨਾਲ ਹੀ ਹੈ ਹਮੇਸ਼ਾ, ਫਿਰ ਨਹੀਂ ਕਦੀ ਇਹਦੀ ਡਾਵਾਂਡੋਲੀ ਹੁੰਦੀ। ਜੇ ਇੰਨਾ ਇਹਦਾ ਭਰੋਸਾ ਬਣ ਜਾਏ, ਫਿਰ ਡਾਵਾਂਡੋਲੀ ਦੀ ਖਤਮ ਹੋ ਜਾਏਗੀ। ਫਿਰ ਸਾਰੀ ਦੁਨੀਆ ਇੱਕ ਪਾਸੇ, ਕੀ ਲੈਣਾ ਕਿ ਕਿਸੇ ਨੂੰ ਖੁਸ਼ ਕਰਕੇ ਅਸੀਂ। ਠੀਕ ਹੈ, ਵੈਸੇ ਹੀ ਮਾਣ ਰੱਖਣ ਵਾਸਤੇ ਕੋਈ ਗੱਲ ਨਹੀਂ। ਉਹ ਅਸੀਂ ਕਈ ਵਾਰੀ, ਮੈਂ ਦੱਸਿਆ ਥੋੜ੍ਹੇ ਦੇਰ ਪਹਿਲਾਂ ਦੀ ਗੱਲ ਹੈ, ਗੁਰੂ ਮਹਾਰਾਜ ਦੇ ਸੇਵਾਦਾਰ ਨੇ ਕੋਈ ਸੰਗਤ, ਤੇ ਉਹਨਾਂ ਦੇ ਕੋਈ ਰਿਸ਼ਤੇਦਾਰ ਕਿਤੇ ਉਹਨਾਂ ਨੂੰ ਕਹਿ ਰਹੇ ਸੀ ਜਾਣ ਵਾਸਤੇ ਨਾਲ ਕੋਈ ਜਗ੍ਹਾ ਤੇ ਕਿਤੇ। ਉਹ ਬੱਚੇ ਪੁੱਛਣ ਲੱਗੇ ਕਿ ਅਸੀਂ ਜਾ ਸਕਦੇ ਹਾਂ ਉੱਥੇ, ਕਿਸ ਤਰ੍ਹਾਂ? ਮੈਂ ਕਿਹਾ ਹਾਂ, ਕਿ ਜਿੱਥੇ ਮਰਜ਼ੀ ਜਾਈਏ, ਸਾਨੂੰ ਕਿਸੇ ਚੀਜ਼ ਦੀ ਮਨਾਹੀ ਨਹੀਂ ਹੈ। ਪਰ ਉਹ ਜਾ ਕਾਹਦੇ ਵਾਸਤੇ ਰਹੇ ਸੀ ਕਿ ਉਹਨਾਂ ਦੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਕੋਈ ਕਿਸੇ ਚੀਜ਼ ਦੀ ਕੋਈ ਦਿੱਕਤ ਸੀ ਜਾਂ ਕੁਛ ਹੀ, ਤੇ ਰਿਸ਼ਤੇਦਾਰ ਕਹਿੰਦੇ ਪਏ ਕਿ ਅਸੀਂ ਤੁਹਾਡੇ ਵਾਸਤੇ ਸੁਖਣਾ ਸੁੱਖੀ ਸੀ ਉੱਥੇ, ਤੇ ਤੁਸੀਂ ਸਾਡੇ ਨਾਲ ਚੱਲ ਕੇ ਉੱਥੇ ਮੱਥਾ ਟੇਕੋ, ਉਹਨਾਂ ਨੇ ਦਇਆ ਕੀਤੀ।
मैं कहा इत्थे असीं गलत हुंदे आ, असीं की लैना किसी की जगह जाके। जे इनू ये चीज़ का किते इहदे मन च जरा जी भी डावाडोली आ गई कि हाँ मैनू आ चीज़ उत्थों भरा, तो फिर ये गलत उस वेले उदों दोष बन जाता है। इहदे मन च अपने सतगुरां दा भरोसा रहे एक कोई, जिथे मर्जी सब का सत्कार, कोई गल नहीं, कहते सबको करूं प्रणाम जोड़कर पर ना ही कोई सतगुरु संसार। 10 पातशाहियां हुईयां, हर एक ने, दूसरे पातशाही ने पहले पातशाही ने अगे सिर झुकाया, उन्होंने शोभा की, तीसरे पातशाही ने दूसरे पातशाही की की, हर एक ने अपने अपने सतगुरां की शोभा की है, वो हर एक का हक है, कोई ऐसा नहीं है। पर अपने सतगुरां नूं छड्ड के ते गुरमुख अपनाउणा कि बई गुरु का अगे कोई कहे कि आण के मैं भगवान है मैं बाप, तो उन्होंने कहा नहीं, कह कि गुरु गोबिंद दो खड़े किसके लागू पाए बलिहारी गुरु अपने। इन्ना मान जो साडे अंदर आ गया तो फिर कोई डावाडोली नहीं है, फिर किसी चीज़ का डर नहीं है। इन्हों जे लोगों को खुश करने वास्ते कोई काम करता फिरता है कि लोगों को खुश करने वास्ते कभी इधर कभी उधर कभी, तो ये अपने गुरु वाल झूठा पैदा है। नहीं, किसी की सानू किसी चीज़ नहीं जरूरत। जो तक नहीं पता लगा उदों गल हो रही, जो एक पता लग गया सतगुरां दे ना, तो फिर कोई डावाडोली खत्म हो जानी चाहिए। फिर सारा जिस तरह ने कहा कि मेरा रुस्से ना कलगियां, इसी तरह साडा कलगियां वाला किहड़ा है। समय समय तो सरकारां आउंदियां जिन्हां ने उन्हां नाल मेल होया, जिन्हां नाल उन्हां दा संबंध बनिया, सारियां वो नमस्कार अपना अपना जिस तरह जिथे कोई चल ले, क्योंकि वही कबीर वही सतनामा उन्हीं को गुरु नानक जान। अपने गुरु की उन्होंने गल की कि वही कबीर साहब ने, वही मुहम्मद साहब ने, वही गुरु नानक जी ने, क्योंकि तुहानू जो मिलना है उन्होंने कोलों मिलना है। जदों तक इन्ना विश्वास भरोसा नहीं होंदा अपने सतगुर के उत्ते, उदों तक पता कुछ नहीं लगता। इस करके है कि बई जिहड़ा हर वेले साडा पल पल साडी मदद कर रहा है उन्होंने असीं विसराया पिया है, तो जिहड़ा दूसरा दुनिया के नाल जिहड़ा वो इन्ना नहीं लगा है कि असीं जिहड़ा देण वाला 24 घंटे साडी मदद करने वाला वो तस्वीर जिहड़ी हर वेले धुंधली पई रहती है। हाँ जी, स्वान पूस जो पयो ना सुदो, बहुत जतन मैं कीनो, नानक लाज बिरद की राखो, नाम तुहारो लीनो। हुण देखो कि जिस तरह माता पिता भी कई बार डांटते हैं, थोड़ा फटकारते भी कई बार कह देंगे कि तेनों लगती नहीं, इन्नी बारी समझाया इस तरह करके। इसी तरह सतगुर भी, क्योंकि एक सका जिहड़ा उन्हां नाल जिहड़ा सच्चा नाता उन्हां दा ही है। हुण सुणाउंदे ने, कहंदे स्वान पूछ जिओ प्यो ना सूदो, कहंदे जिस तरह कुत्ते की पूछ हुंदी है ना कि 12 साल कहंदे वंजली च पा छड्डी ते जदों कड्डी फिर टेढ़ी दी टेढ़ी, कहंदे वो साडा हाल हो गया। ਹੁੰਦੇ ਆ ਸਵਾਨ पूछ जो प्यो ना सुधो बहुत जतन मैं कीनो, कहते बहुत जतन किए समझाने दे। इस जिस तरह मैं पहला बेनती की है कि थोड़ी देर लिए असर होंदा है जरूर, मन च लगता है उस चीज़ का, पर फिर कुछ टाइम बाद उस ही चीज़ के विच फिर खाई दे ने गोते। जे वो विश्वास जो हमेशा नहीं, वो हम कई बार गुरु महाराज के दरबार के कोई सेवादार संगत आते हैं तो वो कई किसी को परेशान होंगे ने, किसी भी तरह परेशान होंगे ने, वो थोड़ी देर ਜਦੋਂ तक वो सेवा च रहिंदे ने, कहेंगे कि नहीं जी सानू तो कोई गल ही नहीं, हुण तो बिल्कुल ठीक हो गया, हुण तो मैनूं किसी की फिक्र नहीं, हुण तो इस तरह नहीं उस तरह नहीं। पर जदों फिर उस चीज़ का सामना होंदा है थोड़ी देर बाद ही फिर वो असर उसी तरह का शुरू हो जाता है, क्योंकि वो जिहड़ा चंगी तरह जो गुरु महाराज के वचन ने वो हिरदे च वसाए नहीं है। ऊपर ऊपर जिस तरह कहा गुरु को ऊपर ऊपर गाता, गुरु को दिल भीतर नहीं लाता, अंदर नहीं उस चीज़ वसे। जो अंदर उस चीज़ ना हमेशा जिस तरह याद रहे इस चीज़ का, तो फिर असीं किस की करना है। तेन फरमाया कि स्वान पूछ जो प्यो ना सुधो बहुत जतन मैं कीनो, नानक लाज बिरद की राखो।
ਇਹ ਬੇਨਤੀ ਕੀਤੀ ਫਿਰ ਕਰਨੀ ਸਿਖਾਈ ਕਿ ਹਾਂ ਠੀਕ ਹੈ ਕਿ ਸਾਡੇ ਵੱਸ ਕੁਛ ਨਹੀਂ ਹੁੰਦਾ। ਉਹਨੇ ਕਿਹਾ ਕਿ ਵੀ ਬੜੀ ਵਾਰੀ ਸਮਝਾਇਆ ਹੈ ਤੇ ਸਤਿਗੁਰਾਂ ਦੇ ਅੱਗੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਤੁਸੀਂ ਕਿਰਪਾ ਕਰੋ, ਤੁਸੀਂ ਆਪਣੇ ਬਿਰਧ ਦੀ ਲਾਜ ਰੱਖੋ। ਨਾਨਕ ਲਾਜ ਬਿਰਧ ਕੀ ਰੱਖੋ, ਨਾਮ ਤੁਹਾਰੋ ਲਿਓ। ਕਹਿੰਦੇ ਤੁਹਾਡੀ ਕਿਰਪਾ ਤੋਂ ਬਗੈਰ ਤੁਹਾਡੇ ਵਚਨਾਂ ਨੂੰ ਨਹੀਂ ਮੰਨਿਆ ਜਾ ਸਕਦਾ। ਪਹਿਲਾਂ ਪਿੱਛੇ ਡਾਂਟਿਆ, ਪਹਿਲੇ ਵਚਨ ਦੇ ਵਿੱਚ ਥੋੜਾ ਜਿਹਾ ਦੱਸਿਆ ਹੈ, ਫਿਰ ਨਾਲ ਹੌਸਲਾ ਵੀ ਦੇ ਰਹੇ ਨੇ, ਸਾਨੂੰ ਇਜਾਜ਼ ਦੱਸ ਰਹੇ ਨੇ ਫਿਰ ਉਸ ਰਸਤੇ ਦੀ ਲਿਆਉਣ ਵਾਸਤੇ ਕਿ ਬਈ ਕਰਨਾ ਕੀ ਹੈ। ਅਸੀਂ ਠੀਕ ਹੈ ਮਨ ਭਟਕ ਜਾਂਦਾ ਹੈ, ਨਹੀਂ ਕਿ ਉਸ ਚੀਜ਼ ਤੇ ਰਿਹਾ ਜਾਂਦਾ, ਪਰ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਤੇ ਕਰੇ, ਇਹਨੂੰ ਮਾਣ ਤੇ ਆਵੇ, ਇੰਨਾ ਭਰੋਸਾ ਤੇ ਆਵੇ ਕਿ ਸਤਿਗੁਰ ਬਖਸ਼ਣਹਾਰ ਹੈ, ਜਾਂ ਉਹਨਾਂ ਕੋਲ ਹਰ ਬਰਤ ਦੇ ਬਲ ਨੇ, ਜੇ ਉਹ ਦਇਆ ਕਿਰਪਾ ਕਰਨਗੇ ਤੇ ਬਈ ਹੋ ਸਕਦਾ ਹੈ। ਉਹਨਾਂ ਕੋਲ ਬਲ ਮੰਗੇ ਤੇ ਬਈ ਆਪ ਉਸ ਉਹਨਾਂ ਦੇ ਬਲ ਨਾਲ ਚੱਲਣ ਦੀ ਕੋਸ਼ਿਸ਼ ਕਰੇ ਉਸ ਚੀਜ਼ ਦੇ ਉੱਤੇ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਮਹਾਰਾਜ ਦਇਆ ਕਰੋ, ਕਿਰਪਾ ਕਰੋ, ਮੈਂ ਇਸ ਰਸਤੇ ਤੇ ਚੱਲ ਸਕਾਂ, ਜਾਂ ਕਿਰਪਾ ਕਰਿਓ ਮੈਂ ਇਸ ਰਸਤੇ ਤੇ ਨਾ ਜਾਵਾਂ, ਠੀਕ ਹੈ ਨਾ। ਪਰ ਜਿਸ ਤਰ੍ਹਾਂ ਉੱਪਰੋਂ ਉੱਪਰੋਂ ਕਹਿ ਦਿੰਦੇ ਹਾਂ, ਗੱਲ ਅੰਦਰੋਂ ਹਿਰਦੇ ਤੋਂ ਉਹਨੂੰ ਨਹੀਂ ਸਵੀਕਾਰਦੇ ਨੇ ਅਸੀਂ, ਉਹ ਫਿਰ ਗੱਲ ਬਣਦੀ ਨਹੀਂ ਹੈ। ਇਸ ਲਈ ਪੱਕੇ ਇਰਾਦੇ ਦੇ ਨਾਲ, ਪੱਕੇ ਵਿਸ਼ਵਾਸ ਦੇ ਨਾਲ ਉਹਨਾਂ ਦੀ ਸ਼ਰਨ ਦੇ ਵਿੱਚ ਜਾਣਾ ਹੈ। ਉੱਪਰੋਂ ਉੱਪਰੋਂ ਨਹੀਂ ਸ਼ਰਨ ਦੇ ਵਿੱਚ ਜਾਣਾ ਕਿ ਬਾਹਰੋਂ ਮੱਥਾ ਟੇਕ ਦਿੱਤਾ, ਬਾਹਰੋਂ ਆ ਕੇ ਬੈਠ ਗਏ ਤੇ ਅਸੀਂ ਉਹਨਾਂ ਦੀ ਸ਼ਰਨ ਦੇ ਵਿੱਚ ਨਹੀਂ। ਹਿਰਦੇ ਤੋਂ ਉਹਨਾਂ ਦੀ ਸ਼ਰਨ 'ਚ ਚਲੇ ਜਾਣਾ, ਆਪਣੇ ਬਲ ਸਭ ਉਹਨਾਂ ਦੇ ਅੱਗੇ ਜਿਹੜੇ ਹਾਰ ਜਾਣੇ ਆ। ਤੇ ਫਿਰ ਉਹਨਾਂ ਨੇ ਕਿਹਾ ਕਿ ਨਾਨਕ ਲਾਜ ਬਿਰਧ ਕੀ ਰੱਖੋ, ਇਹ ਆਪਣੇ ਸੱਚੇ ਹਿਰਦੇ ਤੋਂ ਐਂ ਬਿਲਕੁਲ ਕੁਛ ਨਾ ਯਾਦ, ਕੁਛ ਬੇਨਤੀ ਕਰਨ ਲੱਗਿਆ ਕਈ ਵਾਰੀ ਕਈ ਦੇਖਿਆ ਕਿ ਸੰਗਦੇ ਨੇ, ਸ਼ਰਮ ਆਉਂਦੀ ਹੈ ਬੇਨਤੀ ਕਰਨ ਲੱਗਿਆ ਵੀ। ਕੋਈ ਪੈਸੇ ਨਹੀਂ, ਕੋਈ ਕਿਸੇ ਕੋਲ ਕੋਈ ਚੀਜ਼ ਇਸ ਤਰ੍ਹਾਂ ਨਹੀਂ ਕਿ ਕਿਸੇ ਨੂੰ ਕੋਈ ਲੈਣੇ ਦੇਣੇ ਜਾਂ ਕੁਝ ਕਰਨੇ ਆ, ਤੇ ਬੇਨਤੀ ਇੱਕ ਕਰਨੀ ਆ ਕਿ ਠੀਕ ਹੈ, ਜਦੋਂ ਪਤਾ ਹੈ ਕਿ ਸਾਡੇ ਕੋਲ ਬਲ ਨਹੀਂ ਹੈਗਾ ਤੇ ਇੱਕ ਅਰਦਾਸ ਹੀ ਹੈ, ਉਹਦੇ ਵਾਸਤੇ ਵੀ ਸ਼ਰਮ ਆਉਂਦੀ ਹੈ। ਕਿਸ ਤਰ੍ਹਾਂ ਸਾਡਾ ਜਿਹੜਾ ਬੇੜਾ ਪਾਰ ਹੋਏਗਾ। ਲਾਜ ਕਿਉਂ ਆਉਂਦੀ ਹੈ, ਸ਼ਰਮ ਕਿਉਂ ਆਉਂਦੀ ਹੈ? ਕਿਉਂਕਿ ਗੁਰੂ ਦਾ ਹਜੇ ਪਤਾ ਨਹੀਂ ਚੱਲਿਆ, ਮਾਣ ਨਹੀਂ ਆਇਆ ਉਸ ਗੁਰੂ ਦੇ ਉੱਤੇ। ਹੁਣ ਕਈ ਵਾਰੀ ਪੰਗਤ 'ਚ ਫੁਲਕਾ ਖਾਂਦੇ ਆ ਤੇ ਹੱਥ ਜੋੜ ਕੇ ਉਹ ਰਹੱਸ ਮਨਾਉਂਦੇ ਨੇ, ਧਿਆਨ ਕਰਕੇ ਸਤਿਗੁਰਾਂ ਦਾ, ਜੋ ਸਤਿਗੁਰਾਂ ਦਾ ਹੁਕਮ ਹੈ। ਕਈ ਸੰਗੀ ਬਾਹਰ ਵੀ ਕਈ ਵਾਰੀ ਕਈ ਜਗ੍ਹਾ ਤੇ ਜਾਂਦੇ ਨੇ ਤੇ ਉਹਨਾਂ ਦੀ ਰੂਟੀਨ ਬਣੀ ਹੁੰਦੀ ਹੈ ਕਿ ਕੋਈ ਜਦੋਂ ਭੋਜਨ ਸਾਹਮਣੇ ਆਉਂਦਾ ਹੈ ਜਾਂ ਕੋਈ, ਤੇ ਉਹ ਇਸ ਤਰ੍ਹਾਂ ਸਤਿਗੁਰਾਂ ਦਾ ਧਿਆਨ ਕਰਕੇ ਹੁਕਮ ਦੇ ਅਨੁਸਾਰ ਤੇ ਉਹਨੂੰ ਕਈ ਕਰਦੇ ਨੇ। ਤੇ ਕਈ ਵਾਰੀ ਉਹ ਹੁੰਦੇ ਆ ਕਿ ਕਈ ਵਾਰੀ ਜਦੋਂ ਉਹ ਸਾਹਮਣੇ ਆਉਂਦਾ ਤੇ ਕੁਝ ਬੱਚੇ ਜਿਹੜੇ ਨੇ ਘਰਾਂ ਦੇ ਵਿੱਚ ਵੀ ਆਪਣੇ ਜਦੋਂ ਇਕੱਲੇ ਬੈਠੇ ਹੋਣਗੇ ਸਤਿਗੁਰਾਂ ਦਾ ਧਿਆਨ ਕਰਕੇ ਬੇਨਤੀ ਕਰਕੇ ਉਹਨੂੰ ਕਰਨਗੇ, ਤੇ ਜੇ ਕੋਈ ਪ੍ਰਾਹੁਣਾ ਲਾਗੇ ਬੈਠਾ ਹੋਵੇ, ਲਾਗੇ ਕੋਈ, ਜੇ ਕੋਈ ਲਾਗੇ ਕੋਈ ਬੈਠਾ ਹੈ ਤੇ ਫਿਰ ਸ਼ਰਮ ਆਉਂਦੀ ਉਸ ਚੀਜ਼ ਦੇ ਵਿੱਚ। ਫਿਰ ਜੇ ਬੁਲਾਊਗਾ ਵੀ ਤੇ ਫਿਰ ਮਾੜਾ ਜਿਹਾ ਇੱਦਾਂ ਕਰਕੇ ਦਵਾ ਦਵਾ ਬੁਲਾ ਕੇ, ਜਿਸ ਤਰ੍ਹਾਂ ਕਹਿੰਦੇ ਕਿ ਜਲਦੀ ਜਲਦੀ, ਤੇ ਉਹਨੂੰ ਕਿਉਂਕਿ ਤੇ ਕੋਈ ਵੇਖ ਨਾ ਲਵੇ ਕਿ ਕੀ ਕਰ ਕੀ ਰਿਹਾ, ਕੋਈ ਪੁੱਛ ਨਾ ਲਵੇ ਕੁਛ, ਮਨ 'ਚ ਵਿਸ਼ਵਾਸ ਹੀ ਨਹੀਂ ਹੈ, ਭਰੋਸਾ ਹੀ ਨਹੀਂ ਹੈ। ਉਹ ਹੈ ਕਿਹਦੇ ਵਾਸਤੇ ਆ? ਉਹ ਪਹਿਲਾਂ ਉਸ ਜਦੋਂ ਸਮਝ ਲੱਗੇਗੀ ਕਿ ਮੈਂ ਬੇਨਤੀ ਕਰ ਕਿਉਂ ਰਿਹਾ ਵਾਂ, ਕਿਸੇ ਵਾਸਤੇ ਤੇ ਕਰ ਹੀ ਨਹੀਂ ਰਹੇ, ਕਰ ਤਾਂ ਆਪਣੇ ਵਾਸਤੇ ਰਹੇ ਆ ਕਿ ਸਤਿਗੁਰੂ ਜੀ ਦਇਆ ਕਿਰਪਾ ਕਰੋ, ਤੁਹਾਡਾ ਦਿੱਤਾ ਭੋਜਨ, ਤੁਹਾਡਾ ਦਿੱਤਾ ਜਿਹੜਾ ਪ੍ਰਸ਼ਾਦਾ ਖਾਣ ਲੱਗੇ ਆ, ਤੁਸੀਂ ਦਇਆ ਕਿਰਪਾ ਕਰੋ ਕਿ ਇਹਨੂੰ ਅੰਮ੍ਰਿਤ ਬਣਾ ਕੇ ਮਤਲਬ ਮੈਨੂੰ ਬਖਸ਼ਿਓ। ਤੁਸੀਂ ਆਪਣੀ ਦਇਆ ਦ੍ਰਿਸ਼ਟੀ ਦੇ ਨਾਲ ਜੋ ਵੀ ਇਹਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਨੇ ਉਹਨੂੰ ਦੂਰ ਕਰ ਦਿਓ, ਤੇ ਇਹਨੂੰ ਅੰਮ੍ਰਿਤ ਵਾਂਗੂ ਮੇਰੇ ਸਰੀਰ ਨੂੰ ਲੱਗੇ, ਜਿਹਦੇ ਨਾਲ ਮੇਰਾ ਤਨ ਮਨ ਜਿਹੜਾ ਹੈ ਉਹ ਖਿਲ ਉੱਠੇ। ਤੁਸੀਂ ਕਿਰਪਾ ਕਰਿਓ ਕਿ ਬਈ ਇਹਨੂੰ ਅੰਮ੍ਰਿਤ ਕਰਕੇ ਐਸਾ ਆਪਣਾ ਪ੍ਰਸ਼ਾਦ ਬਣਾ ਕੇ ਮੈਨੂੰ ਦਿਓ ਕਿ ਜਿਹਦੇ ਨਾਲ ਮੇਰੇ ਮਨ 'ਚ ਕੋਈ ਮਾੜੇ ਵਿਚਾਰ ਨਾ ਹੋਣ। ਕਰਨੀ ਤੇ ਆਪਣੇ ਵਾਸਤੇ ਸੀ ਬੇਨਤੀ, ਕਿਸੇ ਵਾਸਤੇ ਤੇ ਹੈ ਨਹੀਂ, ਸ਼ਰਮ ਕਾਹਦੀ ਸੀ ਉਹਦੇ ਵਿੱਚ, ਲੇਕਿਨ ਸ਼ਰਮ ਆਉਂਦੀ ਹੈ। ਕਈ ਵਾਰੀ ਆ ਜਿਹੜੀ ਮੰਗਲ ਚਰਨ ਅਸੀਂ ਬੇਨਤੀ ਕਰਦੇ ਆ, ਇਹ ਕਈ ਵਾਰੀ ਦੱਸਿਆ ਮੈਂ, ਹੁਣ ਕਈ ਵਾਰ ਕਹੀਦਾ ਕਿ ਨਹੀਂ ਚਲੋ ਜਿਸ ਤਰ੍ਹਾਂ ਵੀ ਹੈ ਇੱਕ ਵਾਰੀ ਦੱਸਣਾ ਹੁੰਦਾ ਹੈ। ਕਈ ਵਾਰੀ ਕਈ ਜਗ੍ਹਾ ਦੇ ਉੱਤੇ ਬੈਠੇ ਹੁੰਦੇ ਆ, ਕੋਈ ਸਮਾਜ ਦੇ ਕੋਈ ਹੋਰ ਐਸੇ ਕਈ ਲੋਕ ਬੈਠੇ ਹੁੰਦੇ ਨੇ ਕੋਲ, ਤੇ ਸਾਡੇ ਕੋਲ ਬੈਠੇ ਹੁੰਦੇ, ਤੇ ਅਸੀਂ ਉਹ ਵੀ ਬੇਨਤੀ ਕਰਦੇ ਆ ਵੀ ਆ ਬੜਾ ਦੱਬੀ ਜ਼ੁਬਾਨ ਦੇ ਨਾਲ ਜਾਂ ਕੁਛ ਇਸ ਤਰ੍ਹਾਂ ਕਰਾਂਗੇ। ਨਹੀਂ, ਕੋਈ ਇਸ ਤਰ੍ਹਾਂ, ਜਿਹਨੇ ਕਹਿੰਦੇ ਕਿ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਛੁਪਾਇਆ, ਜਿਨ ਗੁਰੂ ਗੋਪਿਆ ਆਪਣਾ ਹਲਤ ਪਲਤ ਤਿਸਕਾ ਗਿਆ। ਕਾਹਦੇ ਵਾਸਤੇ ਸੀ ਭਾਈ? ਜਿਨ੍ਹਾਂ ਨੇ ਜਿਸ ਤਰ੍ਹਾਂ ਦੇ ਮਰਜ਼ੀ ਲਿਬੜੇ ਤਿਬੜੇ ਜੋ ਮਰਜ਼ੀ ਅਸੀਂ ਹੈਗੇ ਆ, ਉਹ ਤੇ ਹੈਗੇ ਹੀ ਆ। ਆਏ ਕਾਹਦੇ ਵਾਸਤੇ? ਸਤਿਗੁਰੂ ਸਾਨੂੰ ਮੈਲਿਆਂ ਨੂੰ ਕਚਾਲਿਆਂ ਨੂੰ ਧੋਣ ਵਾਸਤੇ ਹੀ ਆਏ ਨੇ, ਸਾਨੂੰ ਬਾਹਰ ਕੱਢਣ ਵਾਸਤੇ ਹੀ ਆਏ ਨੇ।
ਉਹਨਾਂ ਵਾਸਤੇ ਫਿਰ ਕਾਹਦੀ ਸ਼ਰਮ, ਉਹਦੀ ਕਾਹਦੀ ਸ਼ਰਮ ਕਰੀ। ਜਿਨ੍ਹਾਂ ਸਤਿਗੁਰਾਂ ਦੇ ਸਿੱਖਿਆ, ਜਿਨ੍ਹਾਂ ਸਤਿਗੁਰਾਂ ਦਾ ਸਾਡੇ ਸਿਰ ਤੇ ਹੱਥ ਆ, ਜਿਹੜੇ ਹਮੇਸ਼ਾ ਸਾਡੀ ਦਇਆ ਕਿਰਪਾ ਕਰਦੇ ਨੇ, ਹਮੇਸ਼ਾ ਸਾਨੂੰ ਕੱਢਦੇ ਨੇ, ਤੇ ਬਈ ਕਿਉਂ ਸ਼ਰਮ ਕਰੀਏ। ਕਈ ਵਾਰੀ ਸੇਵਾਦਾਰ ਕਈ ਐਸੇ ਹੁੰਦੇ ਨੇ, ਸਤਿਗੁਰਾਂ ਦੀ ਸ਼ੋਭਾ ਕਰਨ ਲੱਗਿਆ ਵੀ ਮਨ 'ਚ ਡਰ ਆਏਗਾ ਜਾਂ ਝੱਕ ਆਏਗਾ। ਅੰਦਰੋਂ ਕਹਿਣਗੇ, ਕਈ ਵਾਰੀ ਮੈਂ ਦੇਖਦਾ ਕੋਈ ਸੇਵਾਦਾਰ ਬੈਠੇ ਹੋਣਗੇ, ਕਈ ਐਸੇ ਹੁੰਦੇ ਨੇ ਬੜੇ ਖੁੱਲ੍ਹੇ, ਬੜੇ ਮਾਣ ਨਾਲ, ਭਾਵੇਂ ਜਿੱਥੇ ਮਰਜ਼ੀ ਬੈਠੇ ਨੇ, ਆਪਣੇ ਗੁਰੂ ਦੀ ਸ਼ੋਭਾ ਕਰੀ ਜਾਣਗੇ ਕਿ ਹਾਂ ਮੈਂ ਭਿਖਾਰੀ ਸਾਂ, ਮੇਰੇ ਕੋਲ ਕੁਛ ਨਹੀਂ ਸੀ ਹੈਗਾ, ਮੇਰੇ ਸਤਿਗੁਰਾਂ ਨੇ ਮੈਨੂੰ ਸਭ ਕੁਛ ਦਿੱਤਾ ਹੈ, ਮੇਰੀ ਔਕਾਤ ਨਹੀਂ ਸੀ ਐਸੀ ਕੋਈ ਚੀਜ਼ ਦੀ, ਉਹ ਬੜੀ ਐ ਕਰਨਗੇ। ਤੇ ਕੁਛ ਐਸੇ ਹੁੰਦੇ ਨੇ, ਉਹਨਾਂ ਨੂੰ ਹੋਇਆ ਉਹਦੇ ਨਾਲ ਵੀ ਹੁੰਦਾ ਹੈ ਸਭ ਕੁਛ, ਪਰ ਉਹ ਸਾਰਿਆਂ ਸਾਹਮਣੇ ਨਹੀਂ ਬੋਲਣਗੇ। ਜਦੋਂ ਸਾਰੇ ਲਾਗੋਂ ਉੱਠ ਪੱਟ ਕੇ ਆਉਣਗੇ ਨੇ, ਮੇਰੇ ਤੇ ਵੀ ਬੜੀ ਗੁਰਮਾਈ ਨੇ ਕਿਰਪਾ ਕੀਤੀ ਹੈ, ਮੇਰਾ ਵੀ ਫਲਾਣੇ ਟਾਈਮ ਤੇ ਆਹ ਕੀਤਾ ਸੀ, ਉਹ ਕੀਤਾ ਸੀ। ਕਿਉਂ ਅਸੀਂ ਆਪਣੇ ਉਸ ਚੀਜ਼ ਨੂੰ ਲੁਕਾਈਏ, ਕਿਉਂ ਅਸੀਂ ਸ਼ਰਮ ਕਰੀਏ? ਉਹ ਸਾਡੀ ਸ਼ੋਭਾ ਦਾ ਮੁਤਾਜ ਨਹੀਂ ਹੈ, ਸਾਡੇ ਭਾਗ ਬਣਦੇ ਨੇ। ਰਸਨਾ ਨਾਲ ਉਹਨਾਂ ਦਾ ਨਾਮ ਉਚਾਰਦਿਆਂ ਕਰਦਿਆਂ ਸਾਡੀ ਰਸਨਾ ਪਵਿੱਤਰ ਹੁੰਦੀ ਹੈ, ਮਨ ਦੇ ਵਿੱਚ ਉਹਦਾ ਨਾਮ ਆਉਂਦਾ ਹੈ ਤੇ ਮਨ ਨੂੰ ਤਾਕਤ ਮਿਲਦੀ ਹੈ। ਇਸ ਕਰਕੇ ਸਤਿਗੁਰਾਂ ਨੇ ਵਚਨ ਫਰਮਾਏ ਸੀ ਕਿ ਬਈ ਕਾਹਦੇ ਵਾਸਤੇ ਅਸੀਂ ਜਿਹੜੇ ਮਤਲਬ ਰੁੱਡਾਂ 'ਚ ਬੜੇ ਬੈਠੇ, ਬਿਲਕੁਲ ਐਂ ਗੱਜ ਕੇ ਜਿਹੜੀ ਚੀਜ਼ ਹੈਗੀ ਆਪਾਂ ਜਿਨ੍ਹਾਂ ਦੇ ਸਿੱਖਿਆ ਬਈ ਸਤਿਗੁਰਾਂ ਦਾ ਜੋ ਵੀ ਸਾਡਾ ਨਾਮ ਹੈ, ਬਈ ਕੋਈ ਉਹਦੇ ਵਿੱਚ ਮਨ 'ਚ ਕੋਈ ਸ਼ਰਮ ਨਾ ਹੋਵੇ ਕਿਸੇ ਤਰ੍ਹਾਂ ਦੀ, ਜਿੱਥੇ ਮਰਜ਼ੀ ਖੜੇ ਹੋਈਏ। ਇੱਕ ਸੰਸਾਰੀ ਤੌਰ ਤੇ ਸਾਡੇ ਮਾਤਾ ਪਿਤਾ ਨੇ ਸਾਨੂੰ ਕੋਈ ਪੁੱਛੇ ਤੇਰੇ ਪਿਓ ਦਾ ਨਾਮ ਕੀ ਹੈ, ਅਸੀਂ ਝੱਕਦੇ ਹਾਂ, ਦੱਸਦੇ ਹਾਂ ਉਸੇ ਵੇਲੇ, ਕੁਛ ਵੀ ਹੋਵੇ ਦੱਸਦੇ ਹਾਂ ਅਸੀਂ। ਲੇਕਿਨ ਜਿਹੜਾ ਉਹਨਾਂ ਨੇ ਪਹਿਲਾਂ ਫਰਮਾਇਆ ਕਿ ਇਹ ਜਗ ਮੀਤ ਨਾ ਦੇਖੋ, ਉਹ ਸਭ ਕੁਛ ਉਹ ਇੱਥੇ ਆਣ ਕੇ ਬਣੇ ਨੇ, ਪਤਾ ਨਹੀਂ ਕਿੰਨੀ ਵਾਰੀ ਕਿੰਨੇ ਬਣੇ ਤੇ ਕਿੰਨੀਆਂ ਥਾਵਾਂ ਤੋਂ ਨਿਕਲੇ ਉਹਦਾ ਨਹੀਂ, ਪਰ ਜਿਹੜਾ ਉਹ ਪਿਤਾ ਪਰਮੇਸ਼ਵਰ ਜਿਹੜਾ ਅਸਲੀ ਪਿਤਾ, ਉਹ ਤੇ ਹਮੇਸ਼ਾ ਹੀ ਸਾਡਾ ਇੱਕੋ ਹੀ ਹੈ। ਉਹਦੇ ਵਾਸਤੇ ਕਿਉਂ ਡਰੀਏ, ਕਿਉਂ ਅਸੀਂ ਝਕੀਏ ਕਿਸੇ ਤਰ੍ਹਾਂ? ਇਸ ਲਈ ਮਨ ਦੇ ਵਿੱਚ ਵਿਸ਼ਵਾਸ, ਸਤਿਗੁਰਾਂ ਨੇ ਸਾਰੀ ਭਗਤੀ ਦਾ ਨਿਚੋੜ ਕੱਢ ਕਰ ਦਿੱਤਾ। ਭਗਤੀ ਹੁੰਦੀ ਹੈ ਪ੍ਰੇਮ ਦੇ ਨਾਲ। ਸੰਸਾਰੀ ਤੌਰ ਤੇ ਇੱਕ ਸੰਸਾਰੀ ਪ੍ਰੇਮ ਹੈ, ਉਹੀ ਕਿਸੇ ਨੂੰ ਕਿਸੇ ਨਾਲ ਹੋ ਜਾਵੇ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਦੁਨੀਆ ਦੀ ਐ ਮਤਲਬ ਹੋ ਜਾਂਦਾ ਹੈ ਹਰ ਪਾਸੋਂ, ਕਿਸੇ ਦੀ ਪਰਵਾਹ ਨਹੀਂ ਕਰਦਾ ਕੁਛ ਵੀ। ਤੇ ਜਦੋਂ ਵੀ ਉਸ ਪ੍ਰਭੂ ਨਾਲ ਪ੍ਰੇਮ ਹੋਏਗਾ ਤੇ ਫਿਰ ਇਹ ਕਿਸੇ ਦੀ ਪਰਵਾਹ ਕਰੇਗਾ, ਫਿਰ ਨਹੀਂ ਇਹ ਕਰੇਗਾ ਕਿਸੇ ਦੀ। ਬਿਲਕੁਲ ਆਪਣੇ ਸਤਿਗੁਰਾਂ ਦੇ ਉਸ ਮਾਣ 'ਚ ਰਵੇ। ਗੁਰਮਤਿ ਨੇ ਸਾਨੂੰ ਜਿਹੜਾ ਵਚਨ ਲਗਾਇਆ ਕਿ ਠੀਕ ਹੈ, ਹੋਰ ਨਹੀਂ ਕੁਛ, ਭਗਤੀ ਤੇ ਜਿਹੜੀ ਚਲੋ ਅਸੀਂ ਕੀ ਕਰਨੀ ਹੈ, ਜਿਹੜੇ ਕਰਦੇ ਵੀ ਆ, ਜਿਹੜੇ ਬੈਠਦੇ ਵੀ, ਉਹ ਵੀ ਠੀਕ ਸਤਿਗੁਰ ਜਾਣਦੇ ਨੇ ਕਿ ਕਿੰਨੀ ਕੁ ਕਿਸੇ ਦੀ ਬਣ ਰਹੀ ਹੈ। ਪਰ ਉਹਨੇ ਫਰਮਾਇਆ ਕਿ ਬਈ ਜਿੰਨਾ ਮਾਣ ਕਰੋਗੇ ਮੈਂ ਓਨਾ ਹੀ ਭਰਾਂਗਾ, ਜਿੰਨਾ ਮਾਣ ਕਰੋਗੇ। ਹੁਣ ਮਾਣ ਤੇ ਫਿਰ ਉਹੀ ਮੈਂ ਕਈ ਵਾਰੀ ਵੀ ਦੱਸਿਆ ਹੈ, ਮਾਣ ਆਉਣਾ ਹੀ ਉਦੋਂ ਹੀ ਹੈ ਕਿ ਜਦੋਂ ਕੁਛ ਗੁਰੂ ਦੇ ਬਾਰੇ ਪਤਾ ਚੱਲੇਗਾ। ਜਦੋਂ ਗੁਰੂ ਨੂੰ ਅਸੀਂ ਆਪਣੇ ਵਰਗਾ ਬੰਦਾ ਹੀ ਸਮਝਿਆ ਏ ਤੇ ਫਿਰ ਮਾਣ ਕਿਸ ਤਰ੍ਹਾਂ ਆਏਗਾ? ਨਹੀਂ ਆਏਗਾ। ਉਸ ਜਦੋਂ ਪਤਾ ਲੱਗੇਗਾ ਕਿ ਗੁਰੂ ਕੋਈ ਤਾਕਤ ਦਾ ਨਾਮ ਹੈ, ਗੁਰੂ ਕੋਈ ਬੰਦੇ ਦਾ ਨਾਮ ਨਹੀਂ ਹੈਗਾ, ਫਿਰ ਇਹਨੂੰ ਮਾਣ ਆਏਗਾ। ਫਿਰ ਇਹ ਜਿੱਥੇ ਮਰਜ਼ੀ ਭਾਵੇਂ ਹੋਵੇ, ਭਾਵੇਂ ਉਹ ਅਸਮਾਨ ਤੋਂ ਡਿੱਗਦਾ ਹੋਵੇ, ਇਹ ਪੁਕਾਰ ਕਰੇਗਾ। ਇਹਦੇ ਮਨ 'ਚ ਇਹ ਨਹੀਂ ਆਏਗਾ ਕਿ ਹੁਣ ਤੇ ਮੈਂ ਡਿੱਗਦਾ ਪਿਆ, ਹੁਣ ਤੇ ਮਰਨਾ ਹੀ ਮਰਨਾ ਵਾ, ਹੁਣ ਕਿੰਨੇ ਬਚਾ ਲੈਣਾ ਮੈਨੂੰ, ਉਦੋਂ ਨਹੀਂ ਆਏਗਾ। ਉਦੋਂ ਸਿੱਧੀ ਪੁਕਾਰ ਹੋਏਗੀ ਕਿ ਨਹੀਂ, ਇਹਨੂੰ ਇਹ ਬੁੱਧੀ ਇੰਨੀ ਕੰਮ ਨਹੀਂ ਕਰਨੀ ਕਿ ਇੱਥੋਂ ਮੈਂ ਬਚ ਸਕਦਾ ਕਿ ਨਹੀਂ ਬਚ ਸਕਦਾ, ਆਹ ਚੀਜ਼ ਹੋ ਸਕਦੀ ਕਿ ਨਹੀਂ ਹੋ ਸਕਦੀ। ਬਸ ਇਹ ਪੁਕਾਰ ਕਰੇਗਾ ਆਪਣੇ ਸਤਿਗੁਰਾਂ ਨੂੰ ਕਿ ਮਹਾਰਾਜ ਜੀ ਤੁਸੀਂ ਕਰ ਸਕਦੇ ਹੋ, ਤੁਸੀਂ ਕੀਤਾ ਹੈ ਕਿ ਹੁਣ ਵੀ ਦਇਆ ਕਰੋ, ਕਿਰਪਾ ਕਰੋ, ਤੇ ਫਿਰ ਉਹ ਕਿਰਪਾ ਹੁੰਦੀ ਹੈ। ਜਦੋਂ ਉੱਪਰੋਂ ਉੱਪਰੋਂ ਕਰੀ ਜਾਂਦੇ, ਮਾਣ ਹੁੰਦਾ ਨਹੀਂ ਅੰਦਰ, ਐਵੇਂ ਝੂਠੇ ਝੂਠੇ ਕਰੀ ਜਾਂਦੇ ਆ, ਫਿਰ ਉਹ ਦੇਰ ਲੱਗਦੀ ਹੈ, ਫਿਰ ਨਹੀਂ ਉਹ ਗੱਲ ਬਣਦੀ। ਇਸ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੋਰ ਬਾਕੀ ਕੰਮ ਕਰਦੇ ਆ ਤੇ ਅਰਦਾਸ ਬੇਨਤੀ ਉਹ ਕਰਨ ਲੱਗਿਆ ਵੀ ਕੋਈ ਝਕੀਏ ਨਾ ਕਿਸੇ ਤਰ੍ਹਾਂ ਦਾ ਹੈ, ਮਾਣ ਦੇ ਨਾਲ, ਜਿਸ ਤਰ੍ਹਾਂ ਗੱਜ ਕੇ ਜਿਸ ਤਰ੍ਹਾਂ ਫਤਿਹ ਬੁਲਾਉਂਦੇ ਆ, ਇਸੇ ਤਰ੍ਹਾਂ ਹੀ ਸਤਿਗੁਰਾਂ ਦਾ ਜੋ ਆਪਣਾ ਸਾਡੇ ਸਤਿਗੁਰਾਂ ਦਾ ਨਾਮ ਹੋਕਾ ਹੈ, ਉਹਨੂੰ ਐ ਗੱਜ ਕੇ ਉਹਨੂੰ ਕਰੇ, ਕੋਈ ਡਰ ਨਹੀਂ ਕਿਸੇ ਦਾ। ਗੁਰੂ ਮਹਾਰਾਜ ਜੀ ਨੇ ਕੀ ਲੈਣਾ ਸੀ? ਵੈਸੇ ਤਾਂ ਉਹਨਾਂ ਨੇ ਦੇਖੋ ਸਿਮਰਨ ਕਹਿੰਦੇ ਆ, ਸਿਮਰਨ ਕਰਨਾ ਹੈ ਬੋਲ ਕੇ ਨਹੀਂ ਕਰਨਾ, ਆਪਣੇ ਅੰਦਰ ਕਰੋ, ਤਾਂ ਕਿਸੇ ਨੂੰ ਸੁਣਾਉਣਾ ਨਹੀਂ ਹੈਗਾ। ਮੰਗਲਾਚਰਨ ਬੇਨਤੀ ਕਰਨੀ ਤੇ ਕਹਿਣਾ ਉੱਚੀ ਬੋਲੋ, ਉੱਚੇ ਸਵਰ 'ਚ ਬੋਲੋ। ਕਿਸੇ ਨੂੰ ਰਾਧਾ ਸਵਾਮੀ ਬੁਲਾਉਣੀ ਤੇ ਤਾਂ ਵੀ ਬਈ ਜ਼ੋਰ ਨਾ ਬੋਲੋ, ਫਿਰ ਕੀ ਡਰ ਕਾਹਦਾ ਹੈ? ਉਹ ਕਾਹਦੇ ਵਾਸਤੇ? ਕਿਉਂਕਿ ਸਾਡੇ ਹੁਣ ਜ਼ੋਰ ਲਾਉਣ ਨਾਲ ਕੁਛ ਨਹੀਂ ਹੋਣਾ। ਫਰੀਦ ਸਾਹਿਬ ਦੀ ਬਾਣੀ 'ਚ ਉਹਨੇ ਕਿਹਾ ਕਿ ਜਦੋਂ ਕੋਕਾਂ ਉੱਪਰ ਚੜ ਜਿਸ ਤਰ੍ਹਾਂ ਉੱਤੇ ਕਰਦੇ ਆ, ਤੇ ਉਹ ਕਹਿੰਦੇ ਕਿ ਉਹ ਅੱਲਾ ਬਹਿਰਾ ਥੋੜਾ ਕਿ ਇੰਨਾ ਉੱਚੀ ਬੋਲਣ ਦੀ ਕੀ ਲੋੜ ਹੈ, ਉਹਦੇ ਤੇਰੇ ਅੰਦਰ ਵਸਦਾ ਪਿਆ ਹੈ।
ਪਰ ਜਦੋਂ ਆਪਣੀ ਮੌਜ ਨਾਲ ਕਹਿੰਦੇ ਆ, ਇਹਦਾ ਮਤਲਬ ਕਿ ਸਾਡੀ ਕੋਈ ਕਮਜ਼ੋਰੀ ਨੂੰ ਦੂਰ ਕਰਨਾ ਚਾਹੁੰਦੇ ਨੇ, ਸਾਡੇ ਅੰਦਰ ਕਮਜ਼ੋਰੀਆਂ ਨੇ ਉਹਨੂੰ ਕੱਢਣਾ ਚਾਹੁੰਦੇ ਨੇ ਬਾਹਰ, ਕਿਉਂਕਿ ਉਸ ਕਮਜ਼ੋਰੀ ਨੇ ਸਾਨੂੰ ਅਟਕਾਇਆ ਪਿਆ, ਉਸ ਤੋਂ ਅੱਗੇ ਨਹੀਂ ਵਧਣ ਦੇ ਰਹੇ। ਇਸ ਕਰਕੇ ਉਹ ਜ਼ੋਰ ਲਗਾਉਂਦੇ ਨੇ ਕਿ ਹਾਂ ਬਈ ਲਗਾ ਕੇ ਸਤਿਗੁਰਾਂ ਦਾ ਬਲ ਹੈ ਤੇ ਇਹਨੂੰ ਦੂਰ ਕਰਦੇ ਅਸੀਂ। ਉਹਨਾਂ ਦੇ ਉਹ ਬਹਾਨੇ ਨੇ, ਉਹਨਾਂ ਦੇ ਉਸ ਕਰਨ। ਪੁਕਾਰ ਤੇ ਹਮੇਸ਼ਾ ਹਿਰਦੇ ਤੋਂ ਹੀ ਹੁੰਦੀ ਹੈ, ਬਾਹਰੋਂ ਜ਼ਬਾਨ ਨਾਲ ਹੀ ਕੀ ਉਹਨਾਂ ਨੂੰ ਉਸ ਚੀਜ਼ ਨੂੰ ਕਰਨੀ ਹੈ। ਪਰ ਜਦੋਂ ਵੀ ਗੁਰੂ ਕੋਈ ਵਚਨ ਕਰਦਾ ਹੈ ਤੇ ਬਈ ਉਹ ਸਾਡੇ ਭਲੇ ਲਈ ਹੀ ਕਰਦਾ ਹੈ। ਸਮਝ ਆਵੇ ਨਾ ਆਵੇ ਉੱਥੇ ਤਰਕ ਨਾ ਕਰੀਏ, ਮੰਨ ਲਈਏ ਉਸ ਚੀਜ਼ ਨੂੰ ਕਿ ਹਾਂ ਜੀ ਸਤ ਵਚਨ ਹੈ, ਉਹ ਸਾਡੇ ਭਲੇ ਵਾਸਤੇ ਹੈ। ਸਤਿਗੁਰ ਦਇਆ ਕਿਰਪਾ ਕਰਨ, ਸਭ ਨੂੰ ਭਾਵ ਭਰੋਸਾ ਬਖਸ਼ਣ, ਪਿਆਰ ਬਖਸ਼ਣ, ਆਪਣੇ ਹੁਕਮ ਚ ਰਹਿਣ ਦਾ ਬਲ ਬਖਸ਼ਣ। ਸਭ ਰਾਧਾ ਸੁਆਮੀ ਜੀ, ਰਾਧਾ।